वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छूह प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास की चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु बिसिहर देश गए ने, उत्थे एक सोहना नगर है। नगर दे आले दुआले बड़े सुंदर बाग ने, हरियावल है। फिर बड़ियां उच्चियां उच्चियां दीवारां दे नाल उस नगर की हिफाजत की गई है। भाव उसकी बनावट एक किले वर्गी है। सतगुरु जी नगरी तो बाहर एक दरख्त दे थले वृक्ष दे थले बैठे ने, रात गुजारी है। सवेर होई भाई मरदाना जी कहन लगे बाबा भुख लगी है, जे आग्या होवे तो मैं शहर विच जावां, कोई भोजन मिले तो खा आवां। सतगुरु कहन लगे मरदानिया किहदे कोल जाएगा? कहन लगा जी तुसी दस दिओ। सतगुरु गुरु नानक देव पिता महाराज ने दसिया, पाखर एक तखान ते पूता, झंडा नाम रुचर करतूता, जाए करो भोजन तै ऐना, मरदाना गमन्यो सुन बैना। सतगुरु कहन लगे एक तरखान है, लकड़ी की किरत करने वाला पाखर, उदा एक पुत्र है, उदा नाम है झंडा। वह भी तरखानी किरत करता है, लकड़ का जिहड़े मिस्त्री काम करते हैं उन्होंने तरखान कहीदा है।
ਲੋਹੇ ਦਾ ਕੰਮ ਕਰਨ ਵਾਲੇ ਜਿਹੜੇ ਮਿਸਤਰੀ ਨੇ ਉਹਨਾਂ ਨੂੰ ਲੋਹਾਰ ਕਹੀਦਾ ਹੈ। ਜਿਹੜੇ ਮਿੱਟੀ ਦਾ ਕੰਮ ਕਰਦੇ ਨੇ, ਮਿੱਟੀ ਦੇ ਜਿਹੜੇ ਮਿਸਤਰੀ ਨੇ, ਮਿੱਟੀ ਤੋਂ ਚੀਜ਼ਾਂ ਬਣਾਉਂਦੇ ਨੇ, ਉਹਨਾਂ ਨੂੰ ਘੁਮਿਆਰ ਕਹੀਦਾ ਹੈ। ਜਿਹੜੇ ਸੋਨੇ ਦਾ ਕੰਮ ਕਰਦੇ ਨੇ, ਸੋਨੇ ਤੋਂ ਚੀਜ਼ਾਂ ਬਣਾਉਂਦੇ ਨੇ, ਉਹਨਾਂ ਨੂੰ ਸੁਨਿਆਰ ਕਹੀਦਾ ਹੈ। ਵੇਖੋ ਇਹ ਸਾਰੇ ਕਿਰਤਮ ਨਾਮ ਨੇ, ਇਹ ਬੇਮਾਇਨਾ ਨਹੀਂ ਹੈ। ਹਰ ਨਾਮ ਦਾ ਕੋਈ ਅਰਥ ਹੈ, ਕੋਈ ਮਾਇਨਾ ਹੈ। ਮਰਦਾਨੇ ਨੇ 7 ਬਚਨ ਆਖਿਆ ਔਰ ਗੁਰੂ ਜੀ ਦੀ ਆਗਿਆ ਲੈ ਕੇ ਜਾਏ ਕਰੋ ਭੋਜਨ ਤੈ ਆਨਾ ਐਨਾ ਮਰਦਾਨਾ ਗਮਨਿਓ ਸੁਣ ਬੈਨਾ। ਭਾਈ ਮਰਦਾਨਾ ਜੀ ਇੱਥੋਂ ਤੁਰੇ ਨੇ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਜਾਏ ਨਗਰ ਮਹਿ ਪ੍ਰਾਪਤ ਭਇਓ, ਬੂਝਤ ਕੋ ਸਿਕ ਗਇਓ। ਜਾਏ ਨਗਰ ਮੈਂ ਪ੍ਰਾਪਤ ਭਇਓ। ਨਗਰੀ ਤੋਂ ਬਾਹਰ ਸਤਿਗੁਰੂ ਬੈਠੇ ਸਨ। ਆਗਿਆ ਲਈ ਤੇ ਭਾਈ ਮਰਦਾਨੇ ਨੇ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ। ਅੰਦਰ ਗਏ। ਬੂਝਤ ਕੋਸਕ ਗਇਓ। ਤਕਰੀਬਨ 1 ਕੋਸ, ਕਿਲੋਮੀਟਰ ਤੋਂ ਵੱਡਾ ਮੀਲ ਹੁੰਦਾ ਹੈ। ਮੀਲ ਤੋਂ ਵੱਡੇ ਕੋਸ ਹੁੰਦੇ ਨੇ। ਜੇ ਅਸੀਂ ਮੀਟਰਾਂ ਵਿੱਚ, ਗਜਾਂ ਵਿੱਚ ਮਿਣਨਾ ਹੋਵੇ ਤੇ ਕਿਲੋਮੀਟਰ ਛੋਟਾ ਹੈ, ਮੀਲ ਵੱਡੇ ਨੇ, ਕੋਸ ਉਸ ਤੋਂ ਵੀ ਵੱਡੇ ਨੇ। ਔਰ ਇਹ ਵੱਖਰੇ ਵੱਖਰੇ ਸਮਿਆਂ ਦੀ ਜਿਹੜੀ ਮਿਣਤੀ ਹੈ, ਇਹ ਉਹਦਾ ਮਾਪ ਤੋਲ ਹੈ। ਬਹੁਤ ਥਾਵਾਂ ਤੇ ਮੀਲ ਚੱਲਦੇ ਨੇ, ਜਿਵੇਂ ਕੈਨੇਡਾ ਅਮਰੀਕਾ ਜਾਓਗੇ ਮੀਲ ਚੱਲਣਗੇ। ਸਾਡੇ ਵਿੱਚ ਅੰਗਰੇਜ਼ ਰਹੇ, ਉਹ ਸਾਨੂੰ ਕਿਲੋਮੀਟਰ ਦੇ ਗਏ। ਇੰਗਲੈਂਡ ਵਿੱਚ ਵੀ ਕਿਲੋਮੀਟਰ ਨੇ, ਇੰਡੀਆ ਵਿੱਚ ਵੀ ਕਿਲੋਮੀਟਰ ਨੇ। ਪਰ ਜਿਹੜੀ ਸਾਡੀ ਹਿੰਦੁਸਤਾਨ ਦਾ ਆਪਣਾ ਜਿਹੜਾ ਪੈਰਾਮੀਟਰ ਹੈ, ਉਹ ਯੋਜਨ ਨੇ, ਕੋਸ ਨੇ, ਉਹ ਫਰਲਾਂਗਾਂ ਨੇ। ਉਹਦੀ ਮਿਣਤੀ ਦਾ ਜਿਹੜਾ ਤੋਲ ਹੈ, ਉਹ ਬਿਲਕੁਲ ਵੱਖਰਾ ਹੈ। 1 ਕੋਸ ਪੁੱਛਦਿਆਂ ਭਾਈ ਮਰਦਾਨਾ ਜੀ ਇਸ ਨਗਰੀ ਦੇ ਅੰਦਰ ਜਦੋਂ ਗਏ ਨੇ, ਹਾਂਜੀ, ਤਬ ਇੱਕ ਮਾਨਵ ਤਹਿ ਕੇ ਸੰਗਾ, ਪੂਜਨ ਕੀਨ ਸਰਬ ਪਰ ਸੰਗਾ। ਉਸ ਵਕਤ ਤਬ ਇੱਕ ਮਾਨਵ ਤਹਿ ਕੇ ਸੰਗਾ। ਇੱਥੇ ਫਿਰ ਇੱਕ ਬੰਦਾ ਖੁਦ ਆਉਂਦਾ ਹੈ। ਉਹ ਆ ਕੇ ਭਾਈ ਮਰਦਾਨਾ ਜੀ ਨੂੰ ਪੁੱਛਦਾ ਹੈ। ਦੇਖੋ ਅੱਜ ਜਿਹੜਾ ਸਭ ਤੋਂ ਵੱਡਾ ਸਾਨੂੰ ਇਤਰਾਜ਼ ਹੈ, ਉਹ ਕੀ ਹੈ ਕਿ ਮੈਂ ਘਰ ਤਿਆਰ ਹੋ ਰਿਹਾ ਤੇ ਮਾਂ ਦਾ ਕੀ ਮਤਲਬ ਹੈ ਪੁੱਛੇ ਵੀ ਕਾਕਾ ਤਿਆਰ ਕਿਉਂ ਹੋ ਰਿਹਾ ਹੈ। ਬਾਪ ਦਾ ਕੀ ਮਤਲਬ ਹੈ ਵੀ ਉਹ ਪੁੱਛੇ ਕਿੱਥੇ ਚੱਲਿਆ ਹੈ। ਦੇਖੋ ਬਾਕੀ ਦੀਆਂ ਗੱਲਾਂ ਤੇ ਛੱਡੋ, ਹੋਰ 3rd ਪਰਸਨ ਕੌਣ ਹੈ ਜਿਹੜਾ ਸਾਨੂੰ ਪੁੱਛ ਲਵੇ ਵੀ ਤੂੰ ਕਿੱਥੇ ਚੱਲਿਆ। ਵਾਹ ਵਾਹ, ਹੋਰ ਕਿਸੇ ਦੀ ਕੀ ਹਿੰਮਤ ਹੈ। ਪਰ ਇੱਕ ਸਮਾਂ ਸੀ, ਘਰ ਦੇ ਤਾਂ ਕੀ, ਬਾਹਰਦਿਆਂ ਨੂੰ ਵੀ ਹੱਕ ਸੀ। ਕਿ ਉਹ ਪੁੱਛਣ ਭਾਈ ਮਰਦਾਨਾ ਜੀ ਨੂੰ ਇੱਕ ਵਿਅਕਤੀ ਨੇ ਆ ਕੇ ਪੁੱਛਿਆ ਕਿ ਭਾਈ ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ। ਹਾਂਜੀ। ਕੋ ਹੈ ਤੂੰ ਕਹਿਤੇ ਚਲ ਆਇਓ, ਕੌਣ ਬਰਨ ਅਬ ਕਹਾਂ ਸਿਦਾਇਓ। ਕੋ ਹੈ ਤੂੰ,
ਉਹਨੇ ਵੇਖਿਆ ਕਿ ਇਹ ਬੰਦਾ ਸਾਡੇ ਮੁਲਕ ਦਾ ਨਹੀਂ ਹੈ, ਸਾਡੇ ਦੇਸ਼ ਦਾ ਨਹੀਂ ਹੈ। ਉਹਨੇ ਕਿਹਾ ਬਈ ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ? को है तू कहते चल आयो, कौन वर्ण अब कहाँ सदायो। तेरा वर्ण केड़ा है, तू उच्ची जाति तो है, नीवी जाति तो है, तू जाना किथे है। उन्हें ये सारी जिहड़ी है ये गल भाई मरदाना जी नूं पुछी है। सुन मर्दाने वाक अलाया, झंडे को कर देहो बताया। भाई मरदाने ने उत्तर दिता, उन्हें नहीं कहा भी तू कौन है। अज जिहड़ा असीं पाठ पढ़िया है ना, वो ये है कि मैं जो मर्जी करा, तुसीं कौन हुंदे हो मैनूं पुछण वाले, तुसीं मेरी जिंदगी विच दखलअंदाजी करन वाले कौन हुंदे हो। मेरी प्राइवेसी है जी, मेरी प्राइवेट लाइफ है जी, मेरा अपना डिसीजन है जी। ये सानू स्कूलों तो मिले है, ये सानू कॉलेजों तो मिले है, ये सानू यूनीवर्सिटियां तो मिले है, ये सानू गुरुद्वारियां तो नहीं मिले। गुरुद्वारियां तो ये मिलिया सी कि एक पिता एक के हम बारक, भी साडा ते टब्बर ही बड़ा वड्डा है, परिवार ही बड़ा वड्डा है। पर स्कूलों कॉलेजों में जाके असी एक नवी चीज़ सीख ली है कि किसी का की मतलब है जी तुहाडे नाल। भाई मरदाने ने उत्तर दिता है, सुन मरदाने वाक अलाया, झंडे को घर देहो बताया। कहन लगा जी जे तुसी मेहरबानी करो तो मैनू झंडे का घर दस दिओ कि झंडे का घर कित्थे है। हाँ जी। बूझले गो सो हमें जाए जो तेह के पास। बूझ ले गो सो हमें, ते नाले फिर तुसी भी पुछ लियो, वो भी पुछ लेगा। जाए जे तेह के पास, जदों आपां उहदे कोल पहुंचांगे ते उदों पता भी लग जाएगा मैं कौन हाँ, मैं कित्थों आया। हाँ जी। इंद्र सैन सुन ले चला, जेह ठाहु तो आवास। इंद्र सैन उस बंदे का नाम है जिहड़ा भाई मरदाना जी नूं मिलिया। हुण वो भाई मरदाना जी नूं नाल लैके ते तुर पिया झंडे दे घर वल। हाँ जी। झंडा मंजी बुण तन के तू, देख उठियो तिन आदर हेतु। झंडा मंजी बुनतन केतु, झंडा किरती सिख सी। जदों भाई मरदाना जी गए तो अपने घर विच मंजी बुन रहा सी। ये हर सिख नूं हुक्म है कि वह किरत करे, कम करके रोटी खानी चाहिए। अगर असी अपने हाथ चलावांगे, पैर चलावांगे, शरीर चलावांगे, ये तंदुरुस्ती का ये सब तो वड्डा पाठ है। हुण दिने काम ने आप काम नहीं करना तो सवेरे वो जाके पार्कों च निकरां पा के एवें ताड़ियां मारी जानियां। हुण उत्थे एवें ही करी जाना भी तू उदां ही खुश रहा कर। खा जे आप एक दूजे नूं मिल के हस लीए तो सवेरे जाके उत्थे कमलियां वांगू हसन की लोड़ तो नहीं ना। जे आप सारा दिन काम करिए तो सवेरे जाके वो जिहड़ी पार्कों च लोग उछल कूद करते हैं उहदी की लोड़ है। उहदी लोड़ ही इस करके पै गई भी जदों घर आउणा मुड़ के मंजी ते चढ़ के बह जाना इस ते खुशी साडे नेड़े नहीं है। एक दूजे नूं वेख के सड़ी जाने असीं। काम असी करना कोई नहीं। अगर असी प्रॉपर हुण जिहड़ी वो तुहानूं स्मार्ट वाच मिली वो की है, वो इहो ही है ना। वो दसदी है तुसीं एक दिन च किन्ने कदम चले हो।
ਤੁਹਾਡੀ ਬਲੱਡ ਦੀ ਸਰਕੂਲੇਸ਼ਨ ਕੀ ਹੈ, ਤੁਹਾਡੀ ਆਕਸੀਜਨ ਦਾ ਕੀ ਪਲਸ ਕੀ ਹੈ ਤੁਹਾਡੀ। ਤੇ ਜੇ ਆਪਾਂ ਰੈਗੂਲਰ ਆਪਣੇ ਸਰੀਰ ਨੂੰ ਚਲਾਈਏ, ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਕੰਮ ਕਰਨ ਨਾਲ ਜੇ ਦੁਨੀਆ ਮਰਦੀ, ਸਾਰੀ ਲੇਬਰ ਮਰ ਜਾਣੀ ਸੀ। ਇੱਕ ਵੀ ਮਜ਼ਦੂਰ ਨਹੀਂ ਸੀ ਬਚਣਾ ਧਰਤੀ ਤੇ, ਟੋਟਲ ਲੋਕਾਂ ਨੇ ਖਤਮ ਹੋ ਜਾਣਾ ਸੀ ਜੇ ਕੰਮ ਕੀਤਿਆਂ ਮਰਦੇ। ਔਰ ਤੁਸੀਂ ਵੇਖ ਲਓ, ਸਭ ਤੋਂ ਵੱਧ ਬਿਮਾਰ ਅਮੀਰ ਆਦਮੀ ਹੁੰਦੇ ਨੇ। ਮੈਂ ਤਾਂ ਵੇਖ ਕੇ ਸੁਣ ਕੇ ਹੈਰਾਨ ਆ, ਗਰੀਬਾਂ ਦੀ ਕਲੋਨੀ 'ਚ ਕਰੋਨਾ ਹੈ ਨਹੀਂ। ਜਿੰਨੀਆਂ ਪੌਸ਼ ਕਲੋਨੀਆਂ ਨੇ, ਜਿੰਨੀਆਂ ਪੰਜਾਬੀ ਬਾਗ 'ਚ ਮੌਤਾਂ ਹੋਈਆਂ ਨੇ, ਕਮਾਲ ਹੀ ਹੋ ਗਈ ਹੈ। ਅਮੀਰਾਂ ਦੇ ਤੁਸੀਂ ਇਲਾਕੇ ਵੇਖੋ, ਹਰ ਚੌਥੇ ਪੰਜਵੇਂ ਘਰ ਵਿੱਚ ਇਹ ਕਰੋਨਾ ਆਈ ਜਾਂਦਾ। ਉਹ ਘਰੋਂ ਵੀ ਨਹੀਂ ਨਿਕਲ ਰਿਹਾ, ਪੁੱਛੋ ਵੀ ਬਾਈ ਏਅਰ ਆ ਰਿਹਾ ਤੁਹਾਡੇ ਘਰ 'ਚ। ਅਸਲ ਵਿੱਚ ਉਹਨਾਂ ਦੇ ਘਰ ਦੇ ਅੱਗੋਂ ਦੀ ਸਬਜ਼ੀ ਵਾਲਾ ਵੀ ਲੰਘ ਜਾਏ ਤਾਂ ਉਹਨਾਂ ਨੂੰ ਹੋ ਜਾਂਦਾ। ਉਹਦਾ ਕਾਰਨ ਹੈ ਵੀ ਟੀਵੀ ਅੱਗੇ ਬੈਠੇ ਉਹ ਉੱਦਾਂ ਹੀ ਕਮਜ਼ੋਰ ਹੋ ਗਏ ਨੇ, ਸੁਣ ਸੁਣ ਕੇ ਕੰਮ ਧੰਦੇ ਬੰਦ ਹੋ ਗਏ ਜੀ, ਲੇਬਰ ਚਲੀ ਗਈ ਜੀ, ਇਕੋਨਮੀ ਇੰਡੀਆ ਦੀ ਹਿੱਲ ਗਈ ਜੀ, ਚਾਈਨਾ ਦੀ ਲੜਾਈ ਲੱਗ ਜਾਣੀ ਹੈ ਜੀ। ਉੱਥੇ ਦਿਲ ਤੇ ਹੱਥ ਰੱਖੀ ਜਾਂਦੇ ਵੀ ਹੁਣ ਪਤਾ ਨਹੀਂ ਅਗਲਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ। ਤੇ ਜਿਹੜੀ ਦੁਨੀਆ ਸੜਕ ਤੇ ਤੁਰੀ ਫਿਰਦੀ, ਉਹਦੇ ਵੱਲੋਂ ਭਾਵੇਂ ਚਾਈਨਾ ਡੁੱਬ ਕੇ ਮਰ ਜੇ, ਕੀ ਲੈਣਾ ਉਹਨਾਂ ਨੇ। ਜ਼ਿੰਦਗੀ ਜਿਉਣ ਵਾਸਤੇ ਪੈਸੇ ਤੋਂ ਪਹਿਲਾਂ ਵਿਲ ਪਾਵਰ ਚਾਹੀਦੀ ਹੈ, ਤੁਹਾਡੇ 'ਚ ਹਿੰਮਤ ਚਾਹੀਦੀ ਹੈ। ਹੁਣ ਇਹ ਚੀਜ਼ ਤੁਸੀਂ ਲੂਜ਼ ਕਰ ਰਹੇ ਹੋ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ। ਅਗਰ ਇਹ ਚੀਜ਼ ਅਸੀਂ ਆਪਣੇ ਘਰੋਂ ਗਵਾ ਰਹੇ ਹਾਂ, ਆਪਣੀ ਜ਼ਿੰਦਗੀ 'ਚੋਂ ਗਵਾ ਰਹੇ ਹਾਂ, ਤੇ ਕੌਣ ਜ਼ਿੰਮੇਵਾਰ ਹੈ। ਜਦੋਂ ਭਾਈ ਝੰਡੇ ਦੇ ਘਰ ਭਾਈ ਮਰਦਾਨਾ ਜੀ ਪਹੁੰਚੇ ਤੇ ਕੀ ਵੇਖਿਆ, ਉਹ ਮੰਜੀ ਬੁਣ ਰਿਹਾ ਹੈ। ਉਦੋਂ ਬੈੱਡ ਨਹੀਂ ਸੀ ਆਉਂਦੇ, ਨਾ ਬਾਕਸ ਵਾਲੇ ਆਉਂਦੇ ਸੀ, ਨਾ ਡਬਲ ਬੈੱਡ ਆਉਂਦੇ ਸੀ। ਮੰਜੀਆਂ ਹੁੰਦੀਆਂ ਸੀ ਤੇ ਮੰਜੀ ਹੱਥ ਨਾਲ ਬੁਣਨੀ ਪੈਂਦੀ ਸੀ। ਤਰਖਾਣ ਸੀ, ਭਾਈ ਝੰਡਾ ਲੱਕੜ ਦੀ ਕਿਰਤ ਕਰਦਾ ਸੀ। ਮੰਜੀ ਬੁਣਤ ਝੰਡਾ ਨਕੇਤੂ ਦੇਖ ਉੱਠਿਓ ਤਿੰਨ ਆਦਰ ਹੇਤੂ। ਦੋ ਬੰਦੇ ਆਉਂਦੇ ਵੇਖੇ, ਉੱਠ ਪਿਆ ਕਿ ਉਹਨਾਂ ਦੀ ਇੱਜ਼ਤ ਕੀਤੀ ਜਾਏ। ਇੱਥੇ ਬੰਦਾ ਕੁਰਸੀ ਤੇ ਬੈਠਾ ਰਹਿੰਦਾ ਤੇ ਜਦੋਂ ਅਗਲਾ ਕੱਢ ਕੇ ਆਪਣਾ ਕਾਰਡ ਵਿਖਾਵੇ ਵੀ ਮੈਂ ਤੇ CBI ਤੋਂ ਆਇਆ, ਮੁੜ ਕੇ ਪੈਰਾਂ ਤੇ ਪੈ ਜਾਂਦਾ। ਬੰਦੇ ਦੀ ਇੱਜ਼ਤ ਨਹੀਂ ਹੈ ਉਹ। ਛੋਟੇ ਜਿਹੇ ਆਈ ਕਾਰਡ ਦੀ ਬੜੀ ਇੱਜ਼ਤ ਹੈ, ਬੜੀ ਰਿਸਪੈਕਟ ਹੈ। ਇੱਜ਼ਤ ਬੰਦੇ ਦੀ ਹੋਣੀ ਚਾਹੀਦੀ ਸੀ, ਅਦਬ ਬੰਦੇ ਦਾ ਹੋਣਾ ਚਾਹੀਦਾ ਸੀ, ਅਗਲੇ ਦੇ ਅਹੁਦੇ ਦਾ ਨਹੀਂ। ਇਹਨਾਂ ਅਹੁਦਿਆਂ ਦੀ ਬਹੁਤੀ ਖਾਤਰ ਜਮਾ ਉਹਨਾਂ ਨੂੰ ਹੋਏਗੀ ਜਿਹੜੇ ਕ੍ਰਾਈਮ ਕਰਦੇ ਨੇ। ਚੰਗੇ ਭਲੇ ਬੰਦੇ ਨੂੰ ਕੀ ਫਰਕ ਪੈਂਦਾ ਜੀ। ਇੱਜ਼ਤ ਕਰਨੀ ਸਿੱਖੀਏ ਤੇ ਇਨਸਾਨ ਦੀ। ਭਾਈ ਝੰਡਾ ਉੱਠਿਆ, ਦੋ ਬੰਦੇ ਆਉਂਦੇ ਵੇਖੇ ਨੇ, ਉਸੇ ਵੇਲੇ ਉਹਨੇ ਆਪਣੇ ਕੰਮ ਛੱਡਿਆ, ਆਦਰ ਕਰਨ ਵਾਸਤੇ, ਸਨਮਾਨ ਕਰਨ ਵਾਸਤੇ ਉੱਠ ਕੇ ਖੜਾ ਹੋ ਗਿਆ। ਹਾਂਜੀ। ਤੂਰਨ ਸੁੰਦਰ ਮੰਚ ਡਸਾਇਓ, ਅਦਕ ਭਾਉ ਕਰ ਤਿਸੈ ਬਿਸਾਇਓ। ਉਸੇ ਵੇਲੇ ਉਹਨੇ ਆਪਣੇ ਘਰ ਦਾ ਜਿਹੜਾ ਸੁੰਦਰ ਮੰਜਾ ਸੀ, ਇੱਕ ਵਕਤ ਸੀ ਔਰ ਅੱਜ ਵੀ ਹੈ ਕਿ ਅਸੀਂ ਕੁਝ ਚੀਜ਼ਾਂ ਆਪਣੇ ਘਰ ਵਿੱਚ ਰਿਜ਼ਰਵ ਰੱਖਦੇ ਹਾਂ। ਜਿਵੇਂ ਡਰਾਇੰਗ ਰੂਮ ਹੈ, ਡਰਾਇੰਗ ਰੂਮ ਦੇ ਵਿੱਚ ਸਾਨੂੰ ਪਤਾ ਇੱਥੇ ਆਇਆ ਗਿਆ ਬੈਠੇਗਾ। ਆਏ ਗਏ ਵਾਸਤੇ ਅਸੀਂ ਘਰ 'ਚ ਕਰੋਕਰੀ ਵੀ ਵੱਖਰੀ ਰੱਖੀ ਹੈ। ਆਓ ਭਗਤ ਜਿਹੜੀ ਹੈ, ਮਹਿਮਾਨ ਨਵਾਜੀ ਜਿਹੜੀ ਹੈ, ਆਏ ਗਏ ਦੇ ਆਦਰ ਭਾਵ ਵਾਸਤੇ ਸਾਡਾ ਸਲੀਕਾ ਬਿਲਕੁਲ ਵੱਖਰਾ ਹੈ। ਇਹ ਮਤ ਸੋਚਣਾ ਵੀ ਇਹ ਪੜ੍ਹਾਈ ਲਿਖਾਈ ਤੋਂ ਆਇਆ, ਨਹੀਂ, ਇਹ ਸਾਡੀ ਸੰਸਕ੍ਰਿਤੀ 'ਚੋਂ ਆਇਆ। ਭਾਈ ਝੰਡੇ ਨੇ ਜਿਹੜਾ ਘਰ ਵਿੱਚ ਸੁੰਦਰ ਮੰਜਾ ਸੀ, ਉਹ ਮੰਜਾ ਢਾਹ ਕੇ ਇਹਨਾਂ ਨੂੰ ਬੈਠਣ ਵਾਸਤੇ ਬੇਨਤੀ ਕੀਤੀ ਵੀ ਬੈਠੋ, ਤਸ਼ਰੀਫ ਰੱਖੋ। ਹਾਂਜੀ। ਇੰਦਰ ਸੈਨ ਪੁਣ ਬੈਣ ਉਚਾਰਾ, ਖੋਜਤ ਫਿਰਤ ਆਵਾਸ ਤੁਮਾਰਾ। ਇੰਦਰ ਸੈਨ ਕਹਿਣ ਲੱਗਾ, ਝੰਡਾ ਜੀ ਮੈਂ ਇਸ ਵਿਅਕਤੀ ਨੂੰ ਲੈ ਕੇ ਆਇਆ, ਇਹ ਬਾਜ਼ਾਰ ਦੇ ਵਿੱਚ ਫਿਰ ਰਿਹਾ ਸੀ, ਤੁਹਾਡੇ ਬਾਰੇ ਪੁੱਛ ਰਿਹਾ ਸੀ।
ਇਹਨੂੰ ਪਤਾ ਨਹੀਂ ਸੀ ਵੀ ਤੁਹਾਡਾ ਘਰ ਕਿੱਥੇ ਹੈ। ਹਾਂਜੀ। ਬੂਝ ਰਹਿਓ ਹਉ ਸਰਬ ਪਰ ਸੰਗਾ, ਮੋਹਿ ਨਾ ਬਤਾਇਓ ਆਨਿਓ ਸੰਗਾ। ਬੂਝ ਰਹਿਓ ਹਉ ਸਰਬ ਪ੍ਰਸੰਗਾ। ਤੇ ਮੈਂ ਇਸ ਵਿਅਕਤੀ ਕੋਲੋਂ ਪੁੱਛਿਆ ਵੀ ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ, ਤੇਰਾ ਵਰਨ ਕਿਹੜਾ ਹੈ ਤੇ ਤੂੰ ਜਾਣਾ ਕਿੱਥੇ ਹੈ। ਇਹਨੇ ਮੈਨੂੰ ਨਹੀਂ ਦੱਸਿਆ। ਇਹ ਕਹਿੰਦਾ ਸੀ ਵੀ ਪਹਿਲਾਂ ਮੈਨੂੰ ਝੰਡੇ ਦੇ ਘਰ ਲੈ ਚਲੋ ਤੇ ਉੱਥੇ ਮੈਂ ਦੱਸ ਦਿਆਂਗਾ। ਹੋ ਸਕਦਾ ਭਾਈ ਮਰਦਾਨੇ ਨੇ ਕਿਹਾ ਹੋਵੇ ਵੀ ਭਰਾਵਾ ਇੱਕੋ ਵਾਰੀ ਪੁੱਛ ਲਓ, ਇੱਥੇ ਤੂੰ ਪੁੱਛੇਗਾ ਉੱਥੇ ਉਹ ਪੁੱਛੇਗਾ। ਔਰ ਇਹ ਕੋਈ ਗੁਨਾਹ ਨਹੀਂ ਹੈ। ਕਈ ਵਾਰੀ ਸਾਨੂੰ ਲੱਗਦਾ ਵੀ ਇਹ ਤੇ ਮੇਰੀ ਪ੍ਰਾਈਵੇਸੀ ਤੇ ਬਹੁਤ ਵੱਡਾ ਹਮਲਾ ਹੈ, ਤੇ ਮੇਰੀ ਜ਼ਿੰਦਗੀ 'ਚ ਦਖਲਅੰਦਾਜ਼ੀ ਹੈ ਕਿਸੇ ਦੀ। ਇਹ ਕੌਣ ਹੁੰਦਾ ਮੈਨੂੰ ਪੁੱਛਣ ਵਾਲਾ ਵੀ ਤੂੰ ਕੌਣ ਹੈ। ਤੇ ਜਦੋਂ ਤੋਂ ਬੰਦੇ ਨੇ ਝੂਠ ਬੋਲਣਾ ਸ਼ੁਰੂ ਕੀਤਾ ਉਦੋਂ ਤੋਂ ਫਿਰ ਗਵਰਨਮੈਂਟ ਨੇ ਵੀ ਕਿਹਾ ਵੀ ਆਪਣਾ ਆਈ ਕਾਰਡ ਕੋਲ ਰੱਖੋ, ਔਰ ਉਹ ਵੀ ਓਰੀਜਨਲ ਚਾਹੀਦਾ, ਆਧਾਰ ਕਾਰਡ ਹੋਣਾ ਚਾਹੀਦਾ, ਪੈਨ ਕਾਰਡ ਹੋਣਾ ਚਾਹੀਦਾ, ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ। ਉਹ ਵੀ ਕਹਿੰਦੇ ਵੀ 5-7 ਕਾਰਡ ਰੱਖੋ ਆਪਣੇ ਕੋਲ, ਤਾਂ ਤੁਹਾਨੂੰ ਅਸੀਂ ਮੰਨਾਂਗੇ ਬੰਦੇ ਠੀਕ ਹੋ ਤੁਸੀਂ। ਹਾਂਜੀ। ਜਾਂ ਕੋ ਹੈ ਕੁਛ ਤੁਝ ਸੋ ਕਾਮਾ, ਜਾਂ ਤੇ ਚੱਲ ਆਵਾ ਤੁਝ ਧਾਮਾ। ਇਸ ਵਿਅਕਤੀ ਨੂੰ ਸ਼ਾਇਦ ਕੋਈ ਤੇਰੇ ਨਾਲ ਝੰਡਿਆ ਕੰਮ ਹੈ, ਇਸੇ ਕਰਕੇ ਇਹ ਤੇਰੇ ਘਰ ਆਪ ਚੱਲ ਕੇ ਆਇਆ ਹੈ। ਹਾਂਜੀ। ਬੂਝਤ ਝੰਡਾ ਕਹਿਤੇ ਆਇਓ, ਕੌਣ ਨਾਮ ਕੋ ਬਰਨ ਸੁਹਾਇਓ। ਹੁਣ ਉਹੀ ਗੱਲ ਭਾਈ ਝੰਡੇ ਨੇ ਕੀਤੀ। ਕਹਿਣ ਲੱਗਾ ਦੱਸ ਬਈ ਤੂੰ ਕੌਣ ਹੈ, ਆਇਆ ਕਿੱਥੋਂ ਹੈ, ਤੇਰਾ ਨਾਂ ਕੀ ਹੈ। ਉਹੀ 2-3-4 ਗੱਲਾਂ ਜਿਹੜੀਆਂ ਨੇ, ਜਾਂ ਉਹ ਕਹਿ ਲਈਏ ਵੀ ਉਹਨੇ ਵੀ ਕਿਹਾ ਵੀ ਆਪਣਾ ਆਈ ਕਾਰਡ ਦੱਸ ਵਿਖਾ, ਆਪਣਾ ਆਇਡੈਂਟੀ ਕਾਰਡ ਦੱਸ, ਵੇਖੀਏ ਤੇ ਸਹੀ ਵੀ ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ। ਹਾਂਜੀ। ਮਰਦਾਨਾ ਮਮ ਨਾਮ ਹੈ, ਬਰਨ 84 ਜਾਣ। ਕਹਿਣ ਲੱਗਾ ਜੀ ਮੇਰਾ ਨਾਂ ਹੈ ਮਰਦਾਨਾ। ਰਹੀ ਮੇਰੇ ਵਰਨ ਦੀ ਗੱਲ, ਕਹਿੰਦਾ ਜਿਹੜਾ ਮੇਰਾ ਵਰਨ ਹੈ ਉਹ ਮੈਂ ਤੇ 84 ਹਾਂ, ਭਾਵ ਸ਼ੂਦਰ ਹੈ। ਇਸ ਕਰਕੇ ਮਰਦਾਨਾ ਮਮ ਨਾਮ ਹੈ, ਵਰਨ 84 ਜਾਣ। ਜੇ ਵਰਨ ਪੁੱਛੋ ਤੇ 84 ਹੈ। ਹਾਂਜੀ। ਤੁਮਰੇ ਨਿਕਟ ਪਠਾਇਓ, ਸ਼੍ਰੀ ਨਾਨਕ ਗੁਣ ਖਾਨ। ਪਰ ਮੈਨੂੰ ਘੱਲਣ ਵਾਲੇ ਦਾ ਨਾਂ ਸ਼੍ਰੀ ਨਾਨਕ ਹੈ, ਉਹ ਤੇ ਗੁਣਾਂ ਦੀ ਖਾਨ ਨੇ, ਉਹ ਤੇ ਸ਼ੁਭ ਗੁਣਾਂ ਦਾ ਘਰ ਨੇ। ਉਹਨਾਂ ਨੇ ਮੈਨੂੰ ਤੁਹਾਡੇ ਘਰ ਘੱਲਿਆ, ਉਹਨਾਂ ਨੇ ਮੈਨੂੰ ਤੁਹਾਡੇ ਪਾਸ ਘੱਲਿਆ, ਹੋਰ ਤਾਂ ਮੇਰੀ ਤੁਹਾਡੇ ਨਾਲ ਕੋਈ ਜਾਣ ਪਛਾਣ ਹੈ ਨਹੀਂ। ਝੰਡਾ ਕਹੇ ਨਾ ਹਉ ਕਬ ਜਾਣਤ, ਜਿਹ ਕੋ ਨਾਨਕ ਨਾਮ ਬਖਾਨਤ। ਅੱਗੋਂ ਝੰਡਾ ਕਹਿਣ ਲੱਗਾ ਜੀ ਮੈਂ ਤੇ ਨਾਨਕ ਜੀ ਨੂੰ ਵੀ ਨਹੀਂ ਜਾਣਦਾ, ਮੈਂ ਨਾਨਕ ਜੀ ਨੂੰ ਨਹੀਂ ਜਾਣਦਾ, ਮੈਂ ਨਾਨਕ ਜੀ ਦਾ ਨਾਂ ਪਹਿਲਾਂ ਕਦੇ ਨਹੀਂ ਸੁਣਿਆ, ਕਿਉਂਕਿ ਉਹ ਤੇ ਇੱਕ ਛੋਟਾ ਜਿਹਾ ਇੱਕ ਤਰਖਾਣ ਸੀ, ਲੱਕੜ ਦੀ ਕਿਰਤ ਕਰਨ ਵਾਲਾ ਸੀ। ਝੰਡਾ ਕਹੇ ਨਾ ਹਉ ਕਬ ਜਾਣਤ, ਜੈ ਕੋ ਨਾਨਕ ਨਾਮ ਬਖਾਨਤ। ਜਿਹਨੂੰ ਤੁਸੀਂ ਨਾਨਕ ਕਹਿੰਦੇ ਹੋ ਮੈਂ ਨਹੀਂ ਜਾਣਦਾ। ਹਾਂਜੀ। ਆਗੇ ਸੁਣਾ ਨ ਦੇਖਾ ਕਬ ਹੀ, ਤੁਮ ਨਹਿ ਨਾਮ ਸੁਣਾਵਾ ਅਬ ਹੀ। ਨਹੀਂ, ਅੱਗੇ ਸੁਣਿਆ ਨਹੀਂ ਕਦੇ, ਅੱਖਾਂ ਨਾਲ ਵੇਖਿਆ ਨਹੀਂ ਕਦੇ। ਪਹਿਲੀ ਵਾਰੀ ਮੈਂ ਤੁਹਾਡੇ ਮੂੰਹ ਤੋਂ ਸੁਣਿਆ ਵੀ ਕਿਸੇ ਦਾ ਨਾਂ ਨਾਨਕ ਹੈ। ਉਸ ਵੇਲੇ ਇਹ ਨਾਮ ਜਿਹੜਾ ਸੀ ਲੋਕੀ ਨਹੀਂ ਰੱਖਦੇ ਸੀ। ਇਸੇ ਕਰਕੇ ਪਿਤਾ ਜੀ ਨੇ, ਪਿਤਾ ਮਹਿਤਾ ਕਾਲੂ ਜੀ ਨੇ, ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਆਪਣੇ ਗੁਰੂ ਪੰਡਿਤ ਹਰਦਿਆਲ ਨੂੰ ਵੀ ਪੁੱਛ ਲਿਆ ਸੀ ਕਿ ਗੁਰੂ ਜੀ ਮੇਰੇ ਬੱਚੇ ਦਾ ਤੁਸੀਂ ਨਾਂ ਰੱਖਿਆ ਹੈ, ਇਹ ਕਿਹੋ ਜਿਹਾ ਨਾਂ ਹੈ, ਨਾ ਪਤਾ ਲੱਗੇ ਵੀ ਹਿੰਦੂਆਂ ਦਾ ਤੇ ਮੁੰਡਾ ਹੈ, ਤੇ ਨਾ ਪਤਾ ਲੱਗੇ ਵੀ ਇਹ ਮੁਸਲਮਾਨਾਂ ਦਾ ਬੱਚਾ ਹੈ। ਅੱਜ ਵੇਖੋ ਨਾ, ਸਾਡੇ ਨਾਮਾਂ ਤੋਂ ਪਤਾ ਲੱਗਦਾ ਹੈ। ਕਿਸੇ ਦੇ ਨਾਮ ਦੇ ਨਾਲ ਲਿਖਿਆ ਹੋਵੇ ਮਸੀਹ, ਅਸੀਂ ਕਹਾਂਗੇ ਈਸਾਈ ਹੈ। ਕਿਸੇ ਦੇ ਨਾਮ ਦੇ ਨਾਲ ਲਿਖਿਆ ਹੋਵੇ ਮੁਹੰਮਦ, ਅਸੀਂ ਕਹਾਂਗੇ ਜੀ ਮੁਸਲਮਾਨ ਹੈ। ਕਿਸੇ ਦੇ ਨਾਮ ਦੇ ਮਗਰ ਲਿਖਿਆ ਹੋਵੇ ਰਾਮ,
तो असीं कहांगे हिंदुआं दा बच्चा ऐसा किसी दे नाम अगर लिखिया होवे सिंह तो पता लगेगा भी ये भाई खालसियां दा पुत्तर है और अगों ये मुक जाना कम। जिहड़े रस्ते असीं तुरे हैं ना पढ़े लिखे ये गल्लां मुक जानियां ने साडियां साडी अपनी आइडेंटिटी गवा जानी है क्योंकि ऊड़ा पहला छड्ड दिता जूड़ा हुण छड्ड दिता थोड़ी जी गल बची सी वो भी मुकण वाली है। हुण बच्चे का नाम की है जी एकम बच्चे का नाम की है जी एक जोत भी अगे किहड़ियां 7-8 जोतां हुंदियां ने बई भी बच्चे का नाम सिंह लिखो कौर लिखो और बोलो। हुण जिहड़ी अगली गल असीं शुरू कर ली कोहली जी भट्टी जी हुण तुसीं हैरान होवोगे। मैं एक दिन इधर गया लक्ष्मी नगर उत्थे किसी नेता दे बोर्ड लगे सी उहदे ते लिखिया होया सी चहल। हुण यूपी दे विच बड़े हिंदू ने जिहड़े चहल लिखदे ने तुसीं सुनिया ही है पाकिस्तान दे विच जिहड़ा चीफ ऑफ आर्मी स्टाफ है वो बाजवा है। हुण इंडिया दे विच बाजवा जट्टां दा गोत्र है आ सारा कादियां गुरदासपुर बाजवियां नाल भरिया होया है। पाकिस्तान दे विच वो गोत्र मुसलमान दा है। हुण जे तुसीं कल्ला बाजवा लिखोगे तो 5-7-10 सालां बाद पुछना पेगा भी ये बाजवा मुसलमाना वाला है कि सिखा वाला है। चीमे बाजवे विरक ईवन अमेरिका च मैं अंग्रेज़ों के गोत्र वेखे ने ढिल्लों सिद्धू मैं सुन के हैरान सीगा। एक बंदे का तो मेरे को एड्रैस भी है साल्ट लेक सिटी रहिंदा है गोरा है ਉਹਦੇ ਜਿਹੜਾ मगर ਉਹਨੇ अपना सरनाम लिखिया है वो जट्टां वाला गोत्र है। उस दा कोई वड्ड वडेरा कदे इधर भी रहा होएगा उन्हां दा। तो इस करके सानू अपने नावां नाल सिंह अपने नावां दे नाल कौर ये मस्ट लिखना चाहिए और बोलना चाहिए। जे कुछ भी नहीं सिक्खी दी कर सकते तो इन्ना तो कर ही दिओ ना पता तो लगे भी तुसी सिख परिवारां दे बच्चे हो भाई। हुण झंडे ने कहा जी नानक नाम कहंदा जी मैं तो कदे सुनिया नहीं कदे वेखिया नहीं मैं जानदा नहीं क्योंकि आम उदों लोग नानक नाम नहीं रखते सी। ये बिल्कुल वखरा नाम सी जिहड़ा पंडित हरदयाल ने गुरु नानक दे पिता महाराज दा रखिया सी। हाँ जी तू नह जानत सो तुझ जानै चलो हदूर लिह पहचानै। ते भाई मरदाना कहन लगा भाई झंडिया जे तू नहीं जानदा ते हो सकदा है पर मेरा बाबा नानक तैनू जानदा है। चल मैं तेनू मिला देना मेरे नाल चल मैं तेरी उन्हां नाल भेंट मुलाकात करवा देना। हाँ जी जे पछाण तो मुझे पठावा बिन जाने सुध के को आवा। जे वो तेनू ना जानते हुंदे ते उन्हां नू की पता भी इत्थे पाखर दा पुत्र झंडा भी रहिंदा है। उन्हां नू की पता भी तेरा इत्थे घर है। उन्हां नू ये ही नहीं पता भी तेरा घर है इत्थे। उन्हां नू ये भी पता है भी तेरी किरत बड़ी पवित्र है। तू 10 नौहां दी किरत कर दे तू ठगी दी बेईमानी दी तू हेरा फेरी दी रोटी नहीं खांदा। ये गल चेता रखना ये समा दूर नहीं। मैं तो मेरे ख्याल 1000 बारी एक गल कीती है। दुनिया दे मुल्कां दे विचों करप्ट मुल्क हिंदुस्तान है। हुण ये नहीं मैनू पता भी इहदा नंबर किन्नवां है चौथा पंजवां छेवां कि पहला है कि दूजा मैनू नहीं पता पर एक वक्त ऐसा सी इस करप्ट मुल्क का जिहड़ा राष्ट्रपति सी अब्दुल कलाम वो 1 नंबर का ईमानदार सी ते जिहड़ा प्रधानमंत्री सी डॉक्टर मनमोहन सिंह वो भी 1 नंबर का ईमानदार सी। इहदा मतलब ईमानदारी का मुल हैगा है ना।
ਔਰ ਦੋਵੇਂ ਵਿਅਕਤੀ ਐਸੇ ਨੇ ਕਿ ਜਿਨ੍ਹਾਂ ਦੇ ਤੁਹਾਨੂੰ ਅੱਜ ਨਾ ਪ੍ਰੋਪਰਟੀਆਂ ਮਿਲਣਗੀਆਂ, ਨਾ ਬੈਂਕ ਬੈਲੈਂਸ ਮਿਲਣਗੇ, ਅੱਜ ਵੀ ਨਹੀਂ ਹੈਗੇ। ਐਵੇਂ ਛੋਟਾ ਮੋਟਾ ਘਰ ਅਬਦੁਲ ਕਲਾਮ ਦਾ ਹੋਏਗਾ, ਇਸੇ ਤਰ੍ਹਾਂ ਹੀ ਕੋਈ ਛੋਟਾ ਮੋਟਾ ਘਰ ਸ਼ਾਇਦ ਅਸਾਮ ਦੇ ਵਿੱਚ ਹੈ, ਡਾਕਟਰ ਮਨਮੋਹਨ ਸਿੰਘ ਦਾ ਇੱਕ ਫਲੈਟ ਹੈ, ਉਹ ਕਦੇ ਕਦੇ ਅਖਬਾਰਾਂ ਵਾਲੇ ਦੱਸਦੇ ਹੁੰਦੇ ਨੇ। ਪਰ ਕਿਸਮਤ ਵੇਖੋ ਤੁਸੀਂ, ਸਭ ਤੋਂ ਪ੍ਰਾਈਮ ਜਗ੍ਹਾ ਹੈ ਜਿੱਥੇ 3 ਨੰਬਰ ਕੋਠੀ 'ਚੋਂ ਰਹਿੰਦੇ ਨੇ। ਔਰ ਅੱਜ ਵੀ ਤਕਰੀਬਨ 200 ਦੇ ਕਰੀਬ ਸਿਕਿਉਰਟੀ ਉਹਨਾਂ ਦੇ ਕੋਲੇ, 200 ਦੇ ਕਰੀਬ ਸਟਾਫ ਹੈ ਉਹਨਾਂ ਦੇ ਕੋਲੇ। ਦੱਸੋ ਕਿਹੜਾ ਦੁਨੀਆ ਦਾ ਅਮੀਰ ਆਦਮੀ ਜਿਹਦੇ ਘਰ 200 ਨੌਕਰ ਹੋਏਗਾ ਜੀ, ਜਿਹਦੇ ਘਰੋਂ ਬਾਹਰ ਨਿਕਲਣ ਤੇ ਰੂਟ ਲੱਗਦੇ ਹੋਣਗੇ। ਅੰਬਾਨੀ ਵਰਗੇ ਦੇ ਵੀ ਨਹੀਂ ਲੱਗਦੇ, ਅਦਾਨੀ ਵਰਗੇ ਦੇ ਵੀ ਨਹੀਂ ਲੱਗਣੇ, ਵੀ ਨਹੀਂ, ਪਰ ਡਾਕਟਰ ਮਨਮੋਹਨ ਸਿੰਘ ਦੇ ਲੱਗਦੇ ਨੇ। ਭਾਈ ਮਰਦਾਨਾ ਕਹਿਣ ਲੱਗਾ, ਝੰਡਾ ਜੀ ਤੁਸੀਂ ਨਹੀਂ ਜਾਣਦੇ ਨਾਨਕ ਜੀ ਨੂੰ, ਪਰ ਨਾਨਕ ਜੀ ਤਾਂ ਤੁਹਾਨੂੰ ਜਾਣਦੇ ਨੇ, ਉਹ ਅੰਤਰਜਾਮੀ ਨੇ, ਉਹ ਜਾਣਦੇ ਨੇ, ਇਸੇ ਕਰਕੇ ਉਹਨਾਂ ਨੇ ਮੈਨੂੰ ਤੁਹਾਡੇ ਘਰ ਘੱਲਿਆ। ਹਾਂਜੀ। ਸੁਣ ਏਵ ਝੰਡਾ ਬੁੱਧ ਵਸੇਖਾ, ਬੂਜਤ ਕੋ ਸਰੀਰ ਤਿਨ ਵੇਖਾ। ਝੰਡੇ ਨੇ ਫਿਰ ਬਹੁਤਾ ਬਹਿਸ ਮਵਾਸਾ ਨਹੀਂ ਕੀਤਾ, ਕਹਿਣ ਲੱਗਾ ਜੀ ਠੀਕ ਹੈ, ਮੰਨ ਲਿਆ। ਚਲੋ ਇਹ ਦੱਸੋ ਵੀ ਉਹਨਾਂ ਦਾ ਭੇਖ ਕੀ ਹੈ, ਉਹਨਾਂ ਦੀ ਵੇਸ਼ ਭੂਸ਼ਾ ਕੀ ਹੈ, ਪਹਿਰਾਵਾ ਕੀ ਹੈ, ਉਹਨਾਂ ਦੇ ਕੱਪੜੇ ਡਰੈਸ ਕਿਹੋ ਜਿਹੀ ਹੈ। ਆਪਣੇ ਕੱਪੜੇ ਪਾਉਣ ਲੱਗਿਆ ਧਿਆਨ ਰੱਖਿਓ ਜੇ। ਹੁਣ ਮੇਰੇ ਨਾਲ ਤੇ ਬਹੁਤ ਵਾਰੀ ਵਾਪਰਦਾ, ਬੰਦਾ ਆਇਆ ਪੈਂਟ ਕਮੀਜ਼ ਪਾਈ, ਦਾੜੀ ਉਹਨੇ ਬੱਧੀ ਹੋਈ ਹੈ, ਪੱਗ ਉਹਨੇ ਲਾਲ ਰੰਗ ਦੀ ਬੱਧੀ ਹੈ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਯਾਦ ਆਇਆ ਤੁਹਾਨੂੰ, ਪਛਾਣਿਆ? ਮੈਂ ਕਿਹਾ ਨਹੀਂ, ਆਪਾਂ ਅਮਰੀਕਾ ਇਕੱਠੇ ਸੀ, ਮੇਰਾ ਰਾਗੀ ਜਥਾ ਸੀ। ਮੈਂ ਕਿਹਾ ਯਾਰ ਰਾਗੀ ਜਥਾ ਤੇ ਹੋਏਗਾ, ਪਰ ਲੱਗਦਾ ਨਹੀਂ। ਤੇ ਜੇ ਕਿਤੇ ਉਹੀ ਕੱਪੜੇ ਹੁੰਦੇ ਜਿਨ੍ਹਾਂ ਕੱਪੜਿਆਂ 'ਚ ਉਦੋਂ ਕੀਰਤਨ ਕਰਦੇ ਸੀ, ਤੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਸੀ ਪੈਣੀ, ਮੈਂ ਆਪ ਹੀ ਕਹਿਣਾ ਸੀ ਭਾਈ ਸਾਹਿਬ ਬਾਹਰੋਂ ਕਦੋਂ ਆਏ ਹੋ। ਇਹ ਦੋ ਗੱਲਾਂ ਧਿਆਨ 'ਚ ਰੱਖੋ, ਡਰੈਸ ਤੇ ਐਡਰੈਸ, ਇਹ ਬਦਲਣੇ ਨਹੀਂ ਚਾਹੀਦੇ। ਛੇਤੀ ਕੀਤਾ ਘਰ ਦਾ ਐਡਰੈਸ ਵੀ ਨਹੀਂ ਬਦਲਣਾ ਚਾਹੀਦਾ। ਤੁਹਾਨੂੰ ਪਤਾ ਪਾਸਪੋਰਟ ਬਣਾਉਣ ਲਈ ਵੀ 2 ਸਾਲ ਪੁਰਾਣਾ ਐਡਰੈਸ ਚਾਹੀਦਾ ਹੈ। ਮਜਬੂਰੀ ਹੋਵੇ ਤੇ ਐਡਰੈਸ ਬਦਲੋ, ਨਹੀਂ ਤੇ ਐਡਰੈਸ ਨਾ ਬਦਲੋ ਆਪਣਾ। ਐਡਰੈਸ ਬਦਲਣ ਤੋਂ ਵੀ ਲੱਗਦਾ ਹੈ ਵੀ ਕੰਮ ਤੁਹਾਡਾ ਠੀਕ ਠਾਕ ਨਹੀਂ ਹੈਗਾ, ਕਿਉਂਕਿ 2-3 ਕਾਰਨ ਹੀ ਹੋ ਸਕਦੇ ਵੀ ਜਾਂ ਤੇ ਘਰ ਵੇਗੇ ਹੈ ਤਾਂ ਐਡਰੈਸ ਚੇਂਜ ਹੋਏਗਾ, ਜਾਂ ਕਿਰਾਏ ਤੇ ਸੀ, ਤੁਸੀਂ ਤੁਹਾਡਾ ਆਪਣਾ ਘਰ ਹੀ ਹੈ ਨਹੀਂਗਾ, ਤੇ ਜਾਂ ਫਿਰ ਤੁਸੀਂ ਅਮੀਰ ਹੀ ਇੰਨੇ ਹੋ ਗਏ ਹੋ ਵੀ ਤੁਸੀਂ ਕਿਤੇ ਕੋਠੀ ਬੰਗਲੇ ਚਲੇ ਗਏ ਹੋ ਤਾਂ ਘਰ ਤੁਹਾਡਾ ਚੇਂਜ ਹੋਇਆ। ਇਸੇ ਤਰ੍ਹਾਂ ਤੁਹਾਡਾ ਪਹਿਰਾਵਾ, ਤੁਹਾਡੀ ਪੁਸ਼ਾਕ ਹੈ, ਜਾਂ ਤੇ ਤੁਸੀਂ ਤੁਹਾਡੀ ਜ਼ਿੰਦਗੀ ਦਾ ਸਟਾਈਲ ਚੇਂਜ ਹੋ ਗਿਆ ਤਾਂ ਤੁਹਾਡੇ ਕੱਪੜੇ ਚੇਂਜ ਹੋ ਸਕਦੇ ਨੇ। ਕਿ ਤੁਸੀਂ ਸਮਝਣਾ ਸ਼ੁਰੂ ਕਰਦੇ ਵੀ ਮੈਂ ਤੇ ਅਮੀਰ ਹੋ ਗਿਆ, ਹੁਣ ਮੈਨੂੰ ਪੂਰੇ ਕੱਪੜੇ ਪਾਉਣ ਦੀ ਕੀ ਲੋੜ ਹੈ, ਹੁਣ ਤਾਂ ਅੱਧੇ ਪਚੱਧੇ ਹੀ ਪਾਵਾਂਗਾ ਮੈਂ। ਝੰਡੇ ਨੇ ਪਹਿਲੀ ਗੱਲ ਪੁੱਛੀ ਹੈ ਕਿ ਨਾਨਕ ਜੀ ਦਾ ਭੇਖ ਕੀ ਹੈ। ਸੁਣ ਏਵ ਝੰਡਾ ਬੁੱਧ ਵਸ਼ੇਖਾ, ਬੂਝਤ ਕੋ ਸਰੀਰ ਤਿਨ ਵੇਖਾ। ਕਹਿੰਦੇ ਉਹਨਾਂ ਦੇ ਸਰੀਰ ਦਾ ਭੇਖ ਕੀ ਹੈ, ਪਹਿਰਾਵੇ ਤੋਂ ਪਤਾ ਲੱਗ ਜਾਏਗਾ ਵੀ ਕਿਦਾਂ ਦੇ ਕੱਪੜੇ ਪਾਉਂਦੇ ਨੇ ਉਹ। ਹਾਂਜੀ। ਜਿਸ ਪ੍ਰਕਾਰ ਕੀ ਹਵੈ ਤਿਨ ਰੀਤਾ, ਲੈ ਗਵਣਿਓ ਤਸ ਭੇਟ ਸੁਪਰੀਤਾ। ਉਹ ਕਹਿਣ ਲੱਗਾ ਜੀ ਮੈਨੂੰ ਉਹਨਾਂ ਦੇ ਪਹਿਰਾਵੇ ਤੋਂ ਪਤਾ ਲੱਗ ਜਾਏਗਾ ਕਿ ਉਹਨਾਂ ਦੀ ਰੀਤ ਕੀ ਹੈ, ਤੇ ਜਿਹੋ ਜਿਹੀ ਉਹਨਾਂ ਦੀ ਰੀਤ ਹੋਵੇਗੀ, ਕਹਿਣ ਲੱਗਾ ਮੈਂ ਉਹੋ ਜੀ ਭੇਟ ਸੋ ਪ੍ਰੀਤਾ, ਪਿਆਰ ਨਾਲ ਲੈ ਕੇ ਜਾਵਾਂਗਾ। ਦੇਖੋ ਨਾ, ਸਾਹਮਣੇ ਵਿਅਕਤੀ ਹੋਵੇ ਵਿਅੰਗਮ, ਜੰਗਮ, ਸਰੇਵੜਾ, ਜੈਨੀ, ਬੋਧੀ, ਹੁਣ ਤੁਸੀਂ ਉਹਦੇ ਵਾਸਤੇ ਕੋਈ ਹੋਰ ਚੀਜ਼ ਲੈ ਕੇ ਚਲੇ ਜਾਓ, ਉਹ ਅੰਗੀਕਾਰ ਹੀ ਨਹੀਂ ਕਰੇਗਾ। ਹੁਣ ਬਿਲਕੁਲ ਨੰਗੇ ਰਹਿਣ ਲਈ ਤੁਸੀਂ 5 ਮੀਟਰ ਕੱਪੜਾ ਲੈ ਜਾਓ ਜੀ, ਸੂਟ ਸਵਾ ਲਓ, ਉਹ ਕੀ ਕਰੇਗਾ ਵਿਚਾਰਾ, ਉਹਦੇ ਕਿਸ ਕੰਮ ਹੈ।
ਉਹਦੇ ਕਿਸੇ ਕੰਮ ਨਹੀਂ ਹੈ। ਭਾਈ ਮਰਦਾਨੇ ਤੋਂ ਭਾਈ ਝੰਡੇ ਨੇ ਪਹਿਲੀ ਗੱਲ ਪੁੱਛੀ ਕਿ ਉਹਨਾਂ ਦਾ ਭੇਖ ਕੀ ਹੈ, ਉਹਨਾਂ ਦੀ ਰੀਤ ਕੀ ਹੈ, ਉਹਨਾਂ ਦੀ ਜ਼ਿੰਦਗੀ ਜਿਉਣ ਦੀ ਸ਼ੈਲੀ, ਉਹਦਾ ਢੰਗ ਕੀ ਹੈ। ਕਹਿੰਦਾ ਮੈਂ ਉੱਦਾਂ ਦੀ ਭੇਟਾ ਲੈ ਕੇ ਖਾਲੀ ਹੱਥ ਨਹੀਂ ਜਾਵਾਂਗਾ, ਮੈਂ ਉੱਦਾਂ ਦੀ ਭੇਟਾ ਲੈ ਕੇ ਮੈਂ ਉਹਨਾਂ ਦੇ ਸਨਮੁਖ ਜਾਵਾਂਗਾ ਜਿਨ੍ਹਾਂ ਲਈ ਤੁਸੀਂ ਕਹਿੰਦੇ ਹੋ ਕਿ ਉਹ ਤੇ ਹੈ ਨਾਨਕ ਗੁਣ ਖਾਨੀ, ਉਹ ਤੇ ਗੁਣਾਂ ਦੀ ਖਾਣ ਨੇ। ਹਾਂਜੀ। ਭੁਨ ਮਰਦਾਨੇ ਬੈਣ ਅਲਾਇਆ, ਜਗ ਮਹਿ ਨਾਨਕ ਤਪਾ ਕਹਾਇਆ। ਭਾਈ ਮਰਦਾਨਾ ਕਹਿਣ ਲੱਗਾ ਵੀ ਦੁਨੀਆ ਦੇ ਲੋਕ ਉਹਨਾਂ ਨੂੰ ਨਾਨਕ ਤਪਾ ਜੀ ਕਰਕੇ ਬੁਲਾਉਂਦੇ ਨੇ। ਹਾਂਜੀ। ਬੇਸ ਉਦਾਸ ਸਰੀਰ ਬਿਰਾਜੈ, ਜਿਨ ਕੇ ਦਰਸ਼ਨ ਕਲਮਲ ਭਾਜੈ। ਤੇ ਉਹਨਾਂ ਨੇ ਜਿਹੜੇ ਕੱਪੜੇ ਪਾਏ ਨੇ ਉਹ ਉਦਾਸੀਆਂ ਵਾਲੇ ਨੇ, ਭੰਗਵੇਂ ਨੇ। ਪਰ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਉਹਨਾਂ ਦੇ ਦਰਸ਼ਨ ਕੀਤਿਆਂ ਪਾਪ ਮੁੱਕ ਜਾਂਦੇ ਨੇ। ਉਹਨਾਂ ਦੇ ਦਰਸ਼ਨਾਂ ਦਾ ਤੇਜ ਇਤਨਾ ਹੈ, ਉਹਨਾਂ ਦੇ ਦਰਸ਼ਨਾਂ ਦਾ ਪ੍ਰਤਾਪ ਇਤਨਾ ਹੈ, ਉਹਨਾਂ ਦੇ ਦਰਸ਼ਨਾਂ ਦੀ ਮਹਿਮਾ ਵਡਿਆਈ ਇਤਨੀ ਹੈ ਕਿ ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਉਹ ਗੁਰੂ ਏਡੀ ਵੱਡੀ ਕਰਨੀ ਦਾ ਮਾਲਕ ਹੈ। ਹਾਂਜੀ। ਝੰਡਾ ਹਿਰਦੈ ਵਿਚਾਰਹੀ, ਕੋ ਅਤੀਤ ਸ਼ੁਭ ਹੋਏ। ਝੰਡੇ ਨੇ ਮਨ ਵਿੱਚ ਇੱਕ ਗੱਲ ਦੀ ਵਿਚਾਰ ਕੀਤੀ ਵੀ ਇਹ ਤੇ ਕੋਈ ਅਤੀਤ ਪੁਰਖ ਹੈ, ਬਹੁਤ ਵੱਡਾ ਕੋਈ ਤਿਆਗੀ ਵਿਰਾਗੀ ਹੋਏਗਾ ਜਿਹਨੂੰ ਦੁਨੀਆ ਦੇ ਨਾਲ ਕੋਈ ਮੋਹ ਮਮਤਾ ਨਹੀਂ ਹੈ। ਅੱਜ ਵੀ ਤੁਸੀਂ ਵੇਖੋ, ਸਿੰਪਲ ਕੱਪੜੇ ਕੌਣ ਪਾਏਗਾ, ਸਾਦਾ ਭੋਜਨ ਕੌਣ ਖਾਏਗਾ, ਬੜੇ ਸਾਦੇ ਜੇ ਢੰਗ ਦਾ ਘਰ ਬਣਾ ਕੇ ਕੌਣ ਰਵੇਗਾ। ਨਹੀਂ ਤੇ ਸਤਿਗੁਰੂ ਦੀ ਬਾਣੀ 'ਚ ਲਿਖਿਆ, ਧਨ ਜੋਬਨ, ਕਰੋ ਕਿਰਪਾ, ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰਖੇ ਰੰਗ ਲਾਏ। ਜਿਹਨੂੰ ਧਨ ਮਿਲ ਗਿਆ, ਜਿਹਨੂੰ ਜਵਾਨੀ ਮਿਲ ਗਈ, ਵੀ ਥੋੜੇ ਦਿਨ ਤੇ ਅਗਲਾ ਝੂਮ ਝੂਮ ਕੇ ਤੁਰੇਗਾ ਨਾ। ਪਰ ਇਹ ਜ਼ਰੂਰ ਚੇਤਾ ਰੱਖਣਾ ਕਿ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਅੰਤ ਰਿਜ਼ਲਟ ਇਹ ਹੈ ਕਿ ਇਹਨਾਂ ਦੇ ਨਸ਼ੇ ਵਿੱਚ ਮਨੁੱਖ ਖੁਆਰ ਹੁੰਦਾ ਹੈ, ਇਸ ਦੁਨੀਆ ਤੋਂ ਆਪਣੀ ਬੇਪਤੀ ਕਰਾ ਕੇ ਜਾਂਦਾ ਹੈ। ਝੰਡੇ ਨੂੰ ਸਮਝ ਆ ਗਈ, ਝੰਡਾ ਹਿਰਦੇ ਵਿਚਾਰਹੀ, ਕੋ ਅਤੀਤ ਸ਼ੁਭ ਹੋਏ। ਕਹਿੰਦਾ ਕੋਈ ਸ਼ੁਭ ਵਿਅਕਤੀ ਹੈ, ਕੋਈ ਅਤੀਤ ਬਹੁਤ ਦੁਨੀਆ ਤੋਂ ਉੱਠਿਆ ਹੋਇਆ ਕੋਈ ਵਿਅਕਤੀ ਹੈ। ਹਾਂਜੀ। ਅਸਨ ਕਰਨ ਆਇਸ ਦਈ, ਸਦਨ ਅੰਗਣਾ ਜੋਏ। ਹੁਣ ਇਸ ਨੇ ਆਪਣੇ ਘਰ ਆਪਣੀ ਵਹੁਟੀ ਨੂੰ, ਅੰਗਣਾ, ਆਪਾਂ ਆਂਗਣ ਕਹਿੰਦੇ ਆ ਨਾ, ਆਂਗਣ ਕਹੀਦਾ ਵਿਹੜੇ ਨੂੰ, ਤੇ ਅੰਗਣਾ ਜਿਹੜੀ ਵਿਹੜੇ ਦੀ ਮਾਲਕ ਹੈ, ਘਰ ਦੀ ਜਿਹੜੀ ਸੈਣ ਹੈ, ਆਪਣੀ ਵਹੁਟੀ ਨੂੰ ਕਹਿਣ ਲੱਗਾ ਵੀ ਤੂੰ ਪ੍ਰਸ਼ਾਦਾ ਤਿਆਰ ਕਰ, ਭੋਜਨ ਤਿਆਰ ਕਰ, ਵੀ ਪ੍ਰਸ਼ਾਦਾ ਲੈ ਕੇ ਚੱਲਦਾ, ਖਾਲੀ ਹੱਥ ਕੀ ਜਾਣਾ ਹੈ। ਜੇ ਕੋਈ ਅਤਿਥੀ ਆਏ ਨੇ, ਬਾਹਰੋਂ ਆਏ ਨੇ, ਤੇ ਫਿਰ ਲੰਗਰ ਭੋਜਨ ਤਾਂ ਛਕਣਗੇ। ਹਾਂਜੀ। ਇੰਦਰ ਸੈਣ ਨਿਜ ਸਦਨ ਸਿਧਾਰਾ, ਝੰਡਾ ਉਪਬਣ ਵਿਖੇ ਪਿਦਾਰਾ। ਇੰਦਰ ਸੈਣ ਨਿਜ ਸਦਨ ਸਿਧਾਰਾ, ਝੰਡਾ ਉਪਬਣ ਵਿਖੇ ਪਧਾਰਾ। ਭਾਈ ਮਰਦਾਨਾ ਬੈਠਾ ਹੈ, ਝੰਡੇ ਦੀ ਘਰ ਵਾਲੀ ਲੰਗਰ ਭੋਜਨ ਤਿਆਰ ਕਰਦੀ ਹੈ। ਇੰਦਰ ਸੈਣ ਆਪਣੇ ਘਰ ਨੂੰ ਚਲਾ ਗਿਆ ਤੇ ਭਾਈ ਝੰਡਾ ਵੀ ਘਰੋਂ ਨਿਕਲਿਆ। ਉਹ ਗਿਆ ਹੈ ਬਾਗ ਵਿੱਚ ਸੁੰਦਰ ਫਲ ਤੋੜਨ ਵਾਸਤੇ। ਹਾਂਜੀ। ਪੁਸ਼ਪ ਮਧੁਰ ਫਲ ਤੇਹ ਤੇ ਆਨੇ, ਦੇਖ ਬਚਨ ਭਾਖੇ ਮਰਦਾਨੇ। ਬੜੇ ਸੁੰਦਰ ਫੁੱਲ ਫਲ ਭਾਈ ਝੰਡਾ ਲੈ ਕੇ ਆਇਆ। ਉਹਨੂੰ ਵੇਖ ਕੇ ਭਾਈ ਮਰਦਾਨਾ ਜੀ ਬੋਲੇ ਨੇ। ਹਾਂਜੀ।
ਹੁਤੋ ਕੌਣ ਆਏ ਜੋ ਮਮ ਸੰਗਾ ਸ਼ੁਭ ਸੁਭਾਏ ਜਨ ਰੁਚਰ ਅਨੰਗਾ। ਹੁਣ ਭਾਈ ਮਰਦਾਨਾ ਕਹਿੰਦਾ ਵੀ ਉਹ ਜਿਹੜਾ ਬੰਦਾ ਮੈਨੂੰ ਤੇਰੇ ਘਰ ਛੱਡ ਕੇ ਗਿਆ ਉਹ ਕੌਣ ਹੈ? ਬੜੇ ਚੰਗੇ ਸੁਭਾਅ ਦਾ ਬੰਦਾ ਸੀ ਬਈ। ਅੱਜ ਵੀ ਤੁਸੀਂ ਸ਼ਹਿਰ ਵਿੱਚ ਤੇ ਪਿੰਡ ਵਿੱਚ ਅਗਰ ਫਰਕ ਸਮਝਣਾ ਹੋਵੇ ਨਾ, ਸ਼ਹਿਰ ਵਿੱਚ ਤੁਸੀਂ ਪੁੱਛੋ ਵੀ ਕਨਾਟ ਪਲੇਸ ਕਿੱਧਰ ਹੈ, ਉਹ ਕਹਿੰਦਾ ਮੈਨੂੰ ਨਹੀਂ ਪਤਾ। ਤੇ ਪਿੰਡ 'ਚ ਪੁੱਛ ਕੇ ਵੇਖਿਓ, ਪਿੰਡ 'ਚ ਪੁੱਛਿਓ ਵੀ ਗੁਰਦੁਆਰਾ ਕਿੱਥੇ ਹੈ, ਜਾਂ ਪੰਚਾਇਤ ਘਰ ਕਿੱਥੇ ਹੈ, ਜਾਂ ਬਾਰਾਂਦਰੀ ਕਿੱਥੇ ਹੈ, ਜਾਂ ਪਿੰਡ ਵਿੱਚ ਸੱਥ ਕਿੱਥੇ ਲੱਗਦੀ ਹੈ, ਜਾਂ ਅਮਕੇ ਬੰਦੇ ਦੀ ਹੱਟੀ ਕਿੱਥੇ ਹੈ। ਤੇ ਉਹ ਤੁਹਾਨੂੰ ਇਹ ਨਹੀਂ ਦੱਸੇਗਾ ਵੀ ਹੱਟੀ ਕਿੱਥੇ, ਉਹ ਪੁੱਛੇਗਾ ਵੀ ਤੁਸੀਂ ਕਿੱਥੋਂ ਆਏ ਹੋ, ਤੁਸੀਂ ਭਾਜੀ ਜਾਣਾ ਕਿੱਥੇ ਹੈ। ਉਹ ਕਹੇਗਾ ਵੀ ਉਹਦੇ ਲਾਗੇ ਘਰ ਹੈ ਗੁਰਦੇਵ ਸਿੰਘ ਦਾ। ਉਹ ਕਹਿੰਦਾ ਚਲੋ ਭਾਜੀ ਮੈਂ ਛੱਡ ਕੇ ਆਉਣਾ ਤੁਹਾਨੂੰ। ਆਪਾਂ ਸੋਚਦੇ ਨਾ ਕਈ ਵਾਰੀ ਵੀ ਨਹੀਂ ਜੀ ਸ਼ਹਿਰ ਤੇ ਪਿੰਡਾਂ 'ਚ ਬੜਾ ਫਰਕ ਹੈ, ਵਾਕਈ ਬੜਾ ਫਰਕ ਹੈ। ਇਹ ਨਹੀਂ ਕਿ ਉੱਥੇ ਗਰੀਬ ਰਹਿੰਦੇ ਇੱਥੇ ਅਮੀਰ ਰਹਿੰਦੇ ਨੇ, ਅਸਲ ਵਿੱਚ ਉੱਥੇ ਇਨਸਾਨ ਰਹਿੰਦੇ ਨੇ। ਅੱਜ ਵੀ ਉੱਥੇ ਇਨਸਾਨੀਅਤ ਜਿਉਂਦੀ ਹੈ। ਮੈਨੂੰ ਯਾਦ ਹੈ ਇੱਕ ਦਿਨ ਪੱਟੀ ਦੇ ਕੋਲ ਕੋਟ ਬੁੱਢਾ ਪਿੰਡ ਹੈ, ਅਸੀਂ ਗਏ, ਸਾਵਣ ਦਾ ਮਹੀਨਾ, ਮੀਂਹ ਪਿਆ। ਜਿਨ੍ਹਾਂ ਰਿਸ਼ਤੇਦਾਰਾਂ ਦੇ ਗਏ ਉਹ ਬਾਹਰ ਖੇਤਾਂ 'ਚ ਰਹਿੰਦੇ ਸੀ। ਹੁਣ ਇੱਕ ਆਦਮੀ ਇਕੱਲਾ ਹੀ ਕੱਛਾ ਪਾ ਕੇ ਉਹ ਸੜਕ ਦੇ ਕੰਢੇ ਤੁਰਿਆ ਜਾ ਰਿਹਾ। ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਵੀ ਅਮਕਿਆਂ ਦਾ ਘਰ ਕਿੱਥੇ ਹੈ? ਕਹਿੰਦਾ ਜੀ ਮੇਰੇ ਮਗਰ ਆ ਜਾਓ। ਉਹ ਜੋ ਸਾਨੂੰ ਕੱਚੇ ਰਸਤਿਆਂ ਤੋਂ ਲੈ ਕੇ ਤੁਰਿਆ, ਮੀਂਹ ਪਿਆ ਸੀਗਾ, ਕਿਤੇ ਕਿਤੇ ਉਹ ਜਿਵੇਂ ਪਿੰਡਾਂ ਦੇ ਵਿੱਚ ਉਹ ਇੱਟਾਂ ਦੇ ਖੜਵੰਜੇ ਜੇ ਲਾ ਕੇ ਉਹਨਾਂ ਨੇ ਰਸਤੇ ਪੱਕੇ ਕੀਤੇ, ਕਿਤੇ ਉਹ ਆ ਜਾਵੇ, ਕਦੇ ਗੱਡੀ ਥੱਲੇ ਵੱਜੇ। ਮੇਰੇ ਬੱਚੇ ਵੀ ਨਾਲ ਸੀ, ਘਰ ਵਾਲੀ ਵੀ। ਮੈਂ ਕਿਹਾ ਵੀ ਇਹਨਾਂ ਗਲਤ ਰਸਤੇ ਪੈ ਗਏ। ਉਹਨੂੰ ਮੈਂ ਹਾਰਨ ਵੀ ਮਾਰਾਂ ਵੀ ਮੇਰੀ ਗੱਲ ਸੁਣ ਨਾ, ਉਹ ਤੁਰਿਆ ਗਿਆ। ਮੇਰੇ ਖਿਆਲੋਂ ਖੇਤਾਂ 'ਚ ਹੀ 1.5-2 ਕਿਲੋਮੀਟਰ ਲੈ ਗਿਆ ਮੈਨੂੰ। ਉੱਥੇ ਜਾ ਕੇ ਉਹਨੇ ਇਹ ਮੈਨੂੰ ਨਹੀਂ ਕਿਹਾ ਵੀ ਆਹ ਘਰ ਹੈ, ਫਿਰ ਉਹਨੇ ਉਹਨਾਂ ਨੂੰ ਆਵਾਜ਼ ਮਾਰੀ ਵੀ ਤੁਹਾਡੇ ਰਿਸ਼ਤੇਦਾਰ ਆਏ ਨੇ। ਮੈਂ ਕਹਿੰਦਾ ਅਸੀਂ ਸਾਰੀ ਰਾਤ ਨਹੀਂ ਸੀ ਲੱਭ ਸਕਦੇ। ਜੇ ਸਾਨੂੰ ਕੋਈ ਦੱਸਦਾ ਨਾ ਵੀ ਅੱਗੋਂ ਸੱਜੇ ਮੁੜ ਜਾਓ, ਅੱਗੇ ਖੱਬੇ ਮੁੜ ਜਾਓ, ਤੇ ਹਰ ਕਿੱਲੇ ਤੋਂ ਬਾਅਦ ਤੇ ਉਹ ਰਾਹ ਮੁੜ ਜਾਂਦਾ ਸੀ, ਅਸੀਂ ਕਿੱਥੇ ਪਹੁੰਚਣਾ ਸੀ। ਇੰਨੀ ਇਨਸਾਨੀਅਤ। ਉਹਨੂੰ ਪਤਾ ਸੀ ਕਿ ਮੈਂ ਰਾਹ ਦੱਸਾਂਗਾ ਫਿਰ ਵੀ ਨਹੀਂ ਪਹੁੰਚ ਸਕਦੇ, ਤੇ ਜੇ ਮੈਂ ਇਹਨਾਂ ਨੂੰ ਸਹੀ ਰਸਤਾ ਦੱਸਣਾ ਤੇ ਕਿਉਂ ਨਾ ਹੋਵੇ ਮੈਂ ਛੱਡ ਹੀ ਆਵਾਂ। ਘੱਟੋ ਘੱਟ 1 ਘੰਟਾ ਖਰਾਬ ਹੋਇਆ ਹੋਏਗਾ ਉਹਦਾ। ਪਹਿਲਾਂ ਛੱਡਣ ਗਿਆ, ਫਿਰ ਉਹ ਵਿਚਾਰਾ ਵਾਪਸ ਆਇਆ ਹੋਏਗਾ ਤੁਰ ਕੇ। ਉਹਨੇ ਨਹੀਂ ਕਿਹਾ ਮੈਨੂੰ ਗੱਡੀ 'ਚ ਬਿਠਾ ਲਓ ਨਾ, ਤੁਰ ਕੇ ਅੱਗੇ ਤੁਰਿਆ ਗਿਆ। ਭਾਈ ਮਰਦਾਨੇ ਨੇ ਪੁੱਛਿਆ ਝੰਡੇ ਨੂੰ ਕਿ ਜਿਹੜਾ ਬੰਦਾ ਮੈਨੂੰ ਤੇਰੇ ਘਰ ਛੱਡ ਕੇ ਗਿਆ ਉਹ ਬੰਦਾ ਕੌਣ ਹੈ? ਹੁਤੋ ਕੌਣ ਆਏ ਜੋ ਮਮ ਸੰਗਾ ਸ਼ੁਭ ਸੁਭਾਏ ਜਨ ਰੁਚਰ ਅਨੰਗਾ। ਕਹਿੰਦਾ ਵੀ ਸੁਭਾਅ ਦਾ ਬੜਾ ਵਧੀਆ ਬੰਦਾ ਸੀ, ਵੀ ਤੇਰੇ ਘਰ ਛੱਡ ਕੇ ਗਿਆ ਮੈਨੂੰ। ਨਹੀਂ ਤਾਂ ਅਗਲਾ ਕਹਿੰਦਾ ਜੀ ਇਸ ਗਲੀ 'ਚ ਹੈਗਾ, ਗਾਂਹ ਜਾ ਕੇ ਫਿਰ ਪੁੱਛ ਲਈ। ਰੁਚਰ ਅਨੰਗਾ ਕਹਿੰਦਾ ਵੀ ਸੋਹਣਾ ਵੀ ਬਹੁਤ ਸੀ। ਅਨੰਗ ਤੋਂ ਅਰਥ ਹੈ ਕਿ ਉਹਦਾ ਸੁਹੱਪਣ ਐਵੇਂ ਸੀ ਜਿਵੇਂ ਕਾਮ ਦੇਵਤੇ ਦਾ ਹੋਵੇ। ਹਾਂਜੀ। ਬੁਝ ਕੋ ਤੁਮਰੇ ਧਾਮ ਲਿਆਵਾ ਮਧੁਰ ਗਿਰਾ ਕਹਿ ਸੁਖ ਉਪਜਾਵਾ। ਪਹਿਲਾਂ ਉਹਨੇ ਮੈਨੂੰ ਪੁੱਛਿਆ ਵੀ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਫਿਰ ਮੈਨੂੰ ਤੇਰੇ ਘਰ ਛੱਡ ਕੇ ਗਿਆ। ਹਾਂਜੀ। ਝੰਡਾ ਕਹੇ ਨਗਰ ਨ੍ਰਿਪ ਜੋ ਜਾਂ ਕੋ ਮਾਤੁਲ ਲਾਗੇ ਸੋ। ਝੰਡਾ ਕਹਿਣ ਲੱਗਾ ਜੀ ਇਹ ਜਿਹੜਾ ਸਾਡੇ ਇਸ ਦੇਸ਼ ਦਾ ਰਾਜਾ ਹੈ, ਇਹ ਸਾਡੇ ਦੇਸ਼ ਦੇ ਰਾਜੇ ਸੁਦਰਸੈਨ ਦਾ ਇਹ ਸਕਾ ਮਾਮਾ ਹੈ, ਉਹਦੀ ਮਾਂ ਦਾ ਭਰਾ ਹੈ, ਤੇ ਇਹਦਾ ਨਾਂ ਜਿਹੜਾ ਹੈ ਉਹ ਇੰਦਰਸੈਨ ਹੈ। ਹਾਂਜੀ।
ਮੁਝ ਸੋ ਪ੍ਰੀਤ ਕਰੇ ਅਦਕਾਈ, ਕਰਤ ਭਗਤ ਹੋਵੇ ਇਕ ਥਾਈ। ਕਹਿਣ ਲੱਗਾ ਜੀ ਇਹ ਮੈਨੂੰ ਝੰਡਾ ਕਹਿੰਦਾ ਹੈ ਕਿ ਇੰਦਰਸੈਨ ਮੈਨੂੰ ਪਿਆਰ ਬਹੁਤ ਕਰਦਾ ਹੈ, ਤੇ ਪਿਆਰ ਕਰਨ ਦਾ ਹੁਣ ਆਧਾਰ ਕੀ ਹੈ? ਕਹਿੰਦਾ ਸੀ ਦੋਵੇਂ ਇਕੱਠੇ ਬੈਠ ਕੇ ਭਗਤੀ ਕਰਦੇ ਆ, ਦੋਵੇਂ ਇਕੱਠੇ ਬੈਠਦੇ ਆ ਤੇ ਰੱਬ ਦੀ ਇਬਾਦਤ ਕਰਦੇ ਆ, ਬੰਦਗੀ ਕਰਦੇ ਆ। ਹਾਂਜੀ। ਪ੍ਰਭ ਕੋ ਸੁਜਸ ਗਾਏ ਕਰ ਪ੍ਰੇਮਾ, ਹਵੈ ਇਕਾਂਤ ਇਹ ਹਮਰੋ ਨੇਮਾ। ਪ੍ਰੇਮ ਨਾਲ ਰੱਬ ਦੇ ਗੁਣ ਗਾਉਣੇ, ਇਕਾਂਤ ਵਿੱਚ ਬਹਿ ਕੇ, ਇਕੱਲੇ ਬਹਿ ਕੇ ਗਾਉਣੇ, ਇਹਦਾ ਤੇ ਮੇਰਾ ਨੇਮ ਹੈ। ਅਸੀਂ ਦੋ ਸਤ ਸੰਗੀ ਆਪਸ ਵਿੱਚ। ਹਾਂਜੀ। ਕਰ ਵਿਚਾਰ ਆਤਮ ਅਭਿਆਸਾ, ਉਰ ਮਦ ਬ੍ਰਿਦੈ ਅਦਕ ਹੁਲਾਸਾ। ਅਸੀਂ ਰੱਬ ਦੀਆਂ ਗੱਲਾਂ ਕਰਦੇ ਹਾਂ, ਫਿਰ ਉਸ ਰੱਬ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹਾਂ ਕਿ ਏਡਾ ਵੱਡਾ ਰੱਬ ਸਾਡੇ ਅੰਦਰ ਰਹਿੰਦਾ, ਸਾਡੇ ਕੋਲ ਹੈ, ਸਾਡੇ ਹਿਰਦੇ ਰੂਪੀ ਘਰ ਵਿੱਚ ਹੈ। ਹਾਂਜੀ। ਸੁਣ ਮਰਦਾਨੇ ਬਚਨ ਉਚਾਰੇ, ਧੰਨ ਸੰਤ ਤੁਮ ਪ੍ਰਭ ਕੇ ਪਿਆਰੇ। ਭਾਈ ਮਰਦਾਨਾ ਕਹਿਣ ਲੱਗਾ ਵੀ ਤੂੰ ਵੀ ਧੰਨ, ਤੇ ਭਾਈ ਜਿਹੜਾ ਮੈਨੂੰ ਛੱਡ ਕੇ ਗਿਆ ਇੰਦਰਸੈਨ ਉਹ ਵੀ ਧੰਨ। ਤੁਸੀਂ ਤੇ ਦੋ ਸੰਤ ਹੋ। ਸੰਤ ਦੀ ਨਿਸ਼ਾਨੀ ਜਿਹੜਾ ਰੱਬ ਦੀ ਭਗਤੀ ਕਰੇ, ਸੰਤ ਦੀ ਨਿਸ਼ਾਨੀ ਇਹ ਨਹੀਂ ਜਿਹੜਾ ਡੇਰਾ ਬਣਾਵੇ, ਚੇਲੇ ਇਕੱਠੇ ਕਰੇ। ਇਹ ਸੰਤ ਦੀ ਲੋੜ ਨਹੀਂ ਹੈ, ਇਹ ਰਿਕੁਆਇਰਮੈਂਟ ਨਹੀਂ ਹੈ। ਬਣਾ ਵੀ ਸਕਦਾ ਹੈ, ਕੋਈ ਮਾੜਾ ਨਹੀਂ, ਪਰ ਜੇ ਚੰਗੇ ਕੰਮ ਕਰਨੇ ਹੋਣ ਬਾਬਾ ਹਰਬੰਸ ਸਿੰਘ ਹੋਰਾਂ ਵਾਂਗੂ ਤਾਂ ਫਿਰ ਤਾਂ ਠੀਕ ਹੈ। ਪਰ ਜੇ ਡੇਰਾ ਬਣਾ ਕੇ ਲੱਤਾਂ ਹੀ ਘਟਾਉਣੀਆਂ ਨੇ, ਪੈਸੇ ਹੀ ਇਕੱਠੇ ਕਰਨੇ ਨੇ, ਖੀਰਾਂ ਪੂੜੇ ਹੀ ਖਾਣੇ ਨੇ, ਤਾਂ ਫਿਰ ਲੋੜ ਕੋਈ ਨਹੀਂ ਹੈ। ਭਾਈ ਮਰਦਾਨਾ ਕਹਿਣ ਲੱਗਾ ਵੀ ਤੁਸੀਂ ਤਾਂ ਦੋਵੇਂ ਹੀ ਸੰਤ ਹੋ, ਤੂੰ ਆਪਣੀ ਕਿਰਤ ਕਰਦਾ, ਉਹ ਆਪਣੀ ਕਿਰਤ ਕਰਦਾ, ਤੇ ਗੱਲਾਂ ਤੁਸੀਂ ਰੱਬ ਦੀਆਂ ਕਰਦੇ ਹੋ ਆਪਸ ਵਿੱਚ ਮਿਲ ਬੈਠ ਕੇ। ਫਿਰ ਇਸ ਤੋਂ ਵੱਡਾ ਸੰਤ ਕੌਣ ਹੈ ਭਾਈ? ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਹਾਂਜੀ। ਧਰ ਉਰ ਸਮਤ ਭਗਤ ਮਨ ਰੰਗੇ, ਮਿਲ ਕਹਿ ਕਰੋ ਸਦਾ ਸਤ ਸੰਗੇ। ਧਰ ਉਰ ਸਮਤ ਭਗਤ ਮਨ ਰੰਗੇ, ਮਿਲ ਕੇ ਕਰੋ ਸਦਾ ਸਤ ਸੰਗੇ। ਆਪਣੇ ਅੰਦਰ ਸਮਤ ਧਾਰਨ ਕਰਨੀ, ਭਗਤੀ ਵਿੱਚ ਮਨ ਨੂੰ ਰੰਗਣਾ, ਤੇ ਆਪਸ ਵਿੱਚ ਮਿਲ ਕੇ ਸੱਚ ਦਾ, ਪਰਮਾਤਮਾ ਦਾ ਸਤ ਸੰਗ ਕਰਨਾ। ਤੁਸੀਂ ਤੇ ਦੋਵੇਂ ਹੀ ਸੰਤ ਹੋ। ਹਾਂਜੀ। ਅਬ ਜੇ ਭਇਓ ਤਿਆਰ ਆਹਾਰਾ, ਲੈ ਕਰ ਚਲੋ ਨਾ ਕਰੋ ਅਵਾਰਾ। ਭਾਈ ਮਰਦਾਨਾ ਕਹਿਣ ਲੱਗਾ ਝੰਡਾ ਜੀ ਵੀ ਜੇ ਲੰਗਰ ਭੋਜਨ ਤਿਆਰ ਹੋ ਗਿਆ ਹੈ ਤੇ ਲੈ ਚੱਲੋ। ਹੁਣ ਭਾਈ ਮਰਦਾਨੇ ਨੂੰ ਆਪਣਾ ਲਾਲਚ ਵੀ ਹੈ ਵੀ ਇਹ ਲੈ ਕੇ ਜਾਵੇਗਾ ਤੇ ਫਿਰ ਮੈਨੂੰ ਵੀ ਮਿਲੇਗਾ। ਦੇਖੋ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਲੰਗਰ ਵਰਤੇਗਾ ਤੇ ਸਾਰਿਆਂ ਨੂੰ ਮਿਲ ਜਾਏਗਾ। ਉਹ ਕਹਿਣ ਲੱਗਾ ਵੀ ਜੇ ਲੰਗਰ ਭੋਜਨ ਤਿਆਰ ਹੋ ਗਿਆ ਤੇ ਫਿਰ ਚਲੋ ਲੈ ਕੇ ਚੱਲੀਏ। ਸੁਣ ਕਰ ਝੰਡਾ ਭਇਓ ਤਿਆਰਾ, ਲੈ ਭੋਜਨ ਕੋ ਵਹਿਰ ਪਧਾਰਾ। ਝੰਡੇ ਨੇ ਤਿਆਰੀ ਕਰ ਲਈ ਤੇ ਭੋਜਨ ਚੁੱਕ ਲਿਆ। ਹਾਂਜੀ। ਅਸਨ ਚੰਗੇਰ ਸੀਸ ਪਰ ਧਰ ਕੇ, ਗਮਣਿਓ ਤਹਿ ਕੋ ਅਗਰਜ ਕਰਕੇ। ਉਦੋਂ ਟਿਫਨ ਨਹੀਂ ਸੀ ਹੁੰਦੇ, ਚੰਗੇਰ ਹੁੰਦੀ ਸੀ ਕਾਨੇ ਦੇ ਤੀਲੀਆਂ ਦੀ। ਬੜੇ ਬੜੇ ਸੋਹਣੇ ਕਾਰੀਗਰ ਹੁੰਦੇ ਸੀ, ਉਹਨਾਂ ਅੱਗੇ ਛੱਜ ਬਣਾਉਣੇ, ਚੰਗੇਰਾਂ ਬਣਾਉਣੀਆਂ, ਛਿੱਕੂ ਬਣਾਉਣੇ, ਸਰਪੋਸ਼ ਬਣਾਉਣੇ। ਹੁਣ ਇੱਕ ਚੰਗੇਰ ਦੇ ਵਿੱਚ ਭਾਈ ਝੰਡੇ ਨੇ ਸਾਰੀਆਂ ਚੀਜ਼ਾਂ ਛਕਣ ਵਾਲੀਆਂ ਰੱਖ ਲਈਆਂ ਤੇ ਚੰਗੇਰ ਮੁੜ ਕੇ ਸਿਰ ਤੇ ਚੁੱਕ ਲਈ। ਭਾਈ ਝੰਡਾ ਜੀ ਤੁਰ ਪਏ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ। ਹਾਂਜੀ। ਮਾਰਗ ਮਹਿਤਾਬ ਬੂਝਣ ਲੱਗਾ, ਕਹਿ ਬੋਲੀ ਸੋ ਇਨ ਅਨਰਾਗਾ। ਰਸਤੇ ਵਿੱਚ ਪੁੱਛਦਾ ਹੈ ਵੀ ਜੇ ਆਪਾਂ ਜਦੋਂ ਪਹੁੰਚਾਂਗੇ, ਜਾਵਾਂਗੇ,
ਤੇ ਉਹਨਾਂ ਦੀ ਬੋਲੀ ਆਵਾਜ਼ਾਂ ਕੀ ਉਹਨਾਂ ਦਾ, ਉਹ ਆਪਸ ਵਿੱਚ ਕੀ ਬੋਲਦੇ ਨੇ ਇੱਕ ਦੂਜੇ ਨੂੰ ਜਦੋਂ ਮਿਲਦੇ ਨੇ। ਜਦੋਂ ਆਪਾਂ ਕਿਸੇ ਨੂੰ ਫੋਨ ਕਰੀਏ ਅੱਜ, ਹੁਣ ਮੈਂ ਕਹਾਂ ਅਗਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੁਣ ਸਾਹਮਣੇ ਵਾਲਾ ਹੋਵੇ ਮੁਸਲਮਾਨ, ਉਹ ਕਹੇਗਾ ਜੀ ਸਲਾਮ ਅਲੈਕਮ। ਹਿੰਦੂ ਹੋਏਗਾ ਉਹ ਕਹੇਗਾ ਜੀ ਰਾਮ ਰਾਮ। ਕੋਈ ਗੋਰਾ ਹੋਏਗਾ तो गुड मॉर्निंग कहेगा, गुड इवनिंग कहेगा, गुड नाइट कहेगा, गुड आफ्टरनून कहेगा। सब की अपनी अपनी बोली है। चंगी गल है, पुछ लो। हुण तुसीं सोच सकते हो भाई झंडा कितना इंटैलीजेंट होएगा। पहले उन्हें पूछा तू कौन है, आया कित्थों है, चलिया कित्थे है, नानक जी कौन ने, उन्हां दा भेख की है। ਹੁਣ ਪੁੱਛਦਾ ਵੀ ਉਹਨਾਂ ਦਾ ਆਵਾਜ਼ਾ ਕੀ ਹੈ, ਉਹਨਾਂ ਦਾ ਬੋਲਾ ਕੀ ਹੈ। ਅਸਨ ਚੰਗੇਰ ਸੀਸ ਪਰ ਧਰ ਕੇ ਗਮਨਿਓ ਤੈ ਕੋ ਅਗਰਜ ਕਰਕੇ ਮਾਰਗ ਮੈਂ ਤਬ ਬੂਝਣ ਲਾਗਾ ਕਿ ਬੋਲੀ ਸੋ ਇਨ ਅਨੁਰਾਗਾ। ਕਹਿਣ ਲੱਗਾ ਜੀ ਉਹ ਕੀ ਬੋਲਾਂ ਤੇ ਖੁਸ਼ ਹੋਣਗੇ ਵੀ ਜਾ ਕੇ ਮੈਂ ਕੀ ਕਵਾਂ ਨਾਨਕ ਜੀ ਨੂੰ, ਵੀ ਤੁਸੀਂ ਕਿਸੇ ਨੂੰ ਜਾ ਕੇ ਸਤਿ ਸ਼੍ਰੀ ਅਕਾਲ ਕਹੋਗੇ ਤੇ ਖੁਸ਼ ਹੋਵੇਗਾ। ਸਾਡੇ ਬੰਦਿਆਂ ਨੂੰ ਪ੍ਰੋਬਲਮ ਹੈ, ਗੋਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਵੱਡੇ ਤੋਂ ਵੱਡਾ ਗੋਰਾ ਵੀ ਅਗਰ ਟਰੂਡੋ ਵਰਗਾ ਵੀ ਗੁਰਦੁਆਰੇ ਆਵੇ ਤਾਂ ਉਹ ਆ ਕੇ ਗੁੱਡ ਮਾਰਨਿੰਗ ਨਹੀਂ ਕਹਿੰਦਾ, ਜਾਂ ਜਿਵੇਂ ਅੱਧਾ ਕੁ ਬੋਲਦੇ ਨੇ ਮਾਰਨਿੰਗ, ਉਹ ਇਦਾਂ ਨਹੀਂ ਬੋਲਦੇ। ਉਹ ਬਕਾਇਦਾ ਭਾਵੇਂ ਲਿਖ ਕੇ ਲਿਆਵੇ, ਉਹ ਆ ਕੇ ਆਪਣੀ ਬੋਲੀ 'ਚ ਕਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਨੂੰ ਸਿੱਖਾਂ ਨੂੰ ਫਤਿਹ ਬੁਲਾਉਣ ਨਾਲੋਂ ਚਾਅ ਜ਼ਿਆਦਾ ਚੜ੍ਹਦਾ ਹੈ ਵੀ ਇਹਨੇ ਸਾਡੀ ਜਿਹੜੀ ਬੋਲੀ ਉਹ ਬੋਲੀ ਹੈ, ਸਾਡੀ ਆਵਾਜ਼ ਵਿੱਚ, ਸਾਡੀ ਭਾਖਿਆ ਵਿੱਚ ਇਹਨੇ ਆਪਣਾ ਲੈਕਚਰ ਸ਼ੁਰੂ ਕੀਤਾ ਹੈ। ਹੁਣ ਕਈ ਜਗ੍ਹਾ ਮੈਂ ਵੇਖਿਆ ਗੋਰੇ ਜਕਾਰਾ ਛੱਡ ਦਿੰਦੇ ਨੇ, ਬਾਬੇ ਸਾਡੇ ਬੰਦਿਆਂ ਨੂੰ ਪੁੱਛ ਕੇ ਵੇਖੋ ਤੁਸੀਂ, ਉਹਨਾਂ ਨੂੰ ਤਾਂ ਭੂਆ ਦੇ ਮੁੰਡੇ ਵਰਗੇ ਲੱਗਦੇ ਨੇ ਫਿਰ ਗੋਰੇ ਵੀ ਇੰਨੇ ਆਪਣੇ। ਤੇ ਫਰਕ ਕੋਈ ਨਹੀਂ ਪੈਂਦਾ ਕਿਸੇ ਦੀ ਇੱਜ਼ਤ ਕਰਨ ਨਾਲ, ਕਿਸੇ ਦਾ ਸਨਮਾਨ ਕਰਨ ਨਾਲ। ਅਗਰ ਤੁਸੀਂ ਉਹਨੂੰ ਉਹਦੀ ਬੋਲੀ ਵਿੱਚ ਬੋਲਦੇ ਹੋ ਤੇ ਕੋਈ ਫਰਕ ਨਹੀਂ ਪੈਂਦਾ। ਸਵਾਮੀ ਅਗਨੀਵੇਸ਼ ਪਿੱਛੇ ਚੜ੍ਹਾਈ ਕਰ ਗਏ ਇਸ ਕਰੋਨੇ ਦੀ ਮਹਾਮਾਰੀ ਵਿੱਚ, ਬਹੁਤ ਕ੍ਰਾਂਤੀਕਾਰੀ ਸਾਧੂ ਸੀ। ਤੁਸੀਂ ਯਕੀਨ ਕਰਨਾ, ਮੈਂ ਜਦੋਂ ਫੋਨ ਮਿਲਾਉਣਾ ਭਾਈ ਰਣਜੀਤ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ, ਹਾਲਾਂਕਿ ਮੈਂ ਕਹਿਣਾ ਸਵਾਮੀ ਜੀ ਨਮਸਕਾਰ, ਉਹਨੇ ਕਹਿਣਾ ਨਹੀਂ ਸਤਿ ਸ਼੍ਰੀ ਅਕਾਲ। ਕਹਿੰਦਾ ਮੈਂ ਵੀ ਆਦਾ ਖਾਲਸਾ ਹੂੰ। ਉਹ ਰੋਹਤਕ ਤੋਂ ਸੀ ਨਾ, ਹਰਿਆਣੇ ਤੋਂ, ਬੜੀ ਇੱਜ਼ਤ ਕਰਦਾ ਸੀ ਸਿੱਖਾਂ ਦੀ। ਅੱਛਾ ਲੱਗਦਾ ਹੈ। ਝੰਡੇ ਨੇ ਭਾਈ ਮਰਦਾਨੇ ਤੋਂ ਪੁੱਛ ਲਿਆ ਤੇ ਭਾਈ ਮਰਦਾਨੇ ਨੇ ਦੱਸਿਆ ਵੀ ਬਾਬੇ ਨਾਨਕ ਦੀ ਜਿਹੜੀ ਬੋਲੀ ਉਹ ਹੈ ਸਤ ਕਰਤਾਰ। ਫਿਰ ਇਹ ਕੱਲ ਸਤਿਗੁਰੂ ਕਿਰਪਾ ਕਰਨ ਆਪਾਂ ਗੁਰੂ ਕੀ ਗੋਦ ਵਿੱਚ ਬੈਠ ਕੇ ਕਥਾ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।